मैं अपनी पढ़ाई पूरी करके मास्टर दी नौकरी लग गया सी। रोज काम तो आना जाना मुश्किल हो गया सी। इस करके शहर विच ही मकान किराए ते ले लिया सी। एक काम वाली भी रखी हुई सी रोटी पानी लई। सवेरे शाम आके बना जांदी सी रोटी। शनिचरवार नूं स्कूल तो सीधा घर चले जांदा सी। पूरा हफ्ता काम वाली दी रोटी खा के पक जांदा सी। छुट्टी वाले दिन ये सोच के घर चला जांदा सी, चलो घरे सब नूं मिल आवांगे, नाले इसे बहाने 2 दिन मां दे हत्थां दी रोटी खा आवांगे। अज जदों पिंड पहुंचिया तां की देखदा हां, साडे पिंड दे बजुर्ग मास्टर जो दुनिया तो रुखसत हो गए, उन्हां दी घरों जीती गली विच बैठी है। वाल खिलरे होए हन, रो रही है पर हंझू एक भी नहीं गिर रिहा। कोल कुछ बच्चे खड़े उस नूं छेड़ रहे हन, जीती वलैतन जीती वलैतन। मैं स्कूटर खड़ा करिया ते सब तो पहला बच्चे घूरे ते फिर जीती नूं सहारा दे के खड़ा कीता। घर तक छड्ड के आया। घर विच ओह ते उस दी कुड़ी भिंदी मास्टर जी तो बाद ही कल्लियां रहिंदियां सन। समझ नहीं आ रही सी कि ओह औरत जिसने कदे हार नहीं सी मन्नी, सबर सिदक अपने पल्ले नाल ही बन्नी रखदी सी, उस नूं की हो गया सी। मेरे बापू जी ने एक बार जीती दी तारीफ करदियां गल सुनाई सी। कहंदे भाई जदों पाकिस्तान बनिया तां रायकोट वाला सरदार भी पाकिस्तान तो इधर आया सी। जदों ओह हार विच आ रहे सी तां कुछ लाशां दे ढेर विचों एक बच्चे दे रोण दी आवाज़ सुनाई दित्ती। सरदार बहुत दयालु रब दे भाणे विच रह के जिउण वाला शख्स सी। आवाज़ सुनी भावें असीं सारिਆਂ ने सी, पर देखण दी हिम्मत सरदार ने ही कीती। ਕੱਢ ਲਿਆਇਆ ਸੀ ਬੱਚੀ ਨੂੰ ਲਾਸ਼ਾਂ ਦੇ ਢੇਰ ਵਿੱਚੋਂ। ਫੇਰ ਆਪਣੀ ਘਰ ਵਾਲੀ ਦੀ ਗੋਦੀ ਚੁੱਕਿਆ ਬੱਚਾ ਉਸਨੇ ਆਪਣੀ ਕਨੇੜੀ ਚੁੱਕ ਲਿਆ ਤੇ ਉਸ ਬੱਚੇ ਨੂੰ ਆਪਣੀ ਘਰ ਵਾਲੀ ਨੂੰ ਫੜਾ ਕੇ ਕਹਿਣ ਲੱਗਿਆ, ਸਰਦਾਰਨੀਏ ਪਹਿਲਾਂ ਇਸ ਨੂੰ ਆਪਣਾ ਦੁੱਧ ਚੁੰਗਾ ਦੇ, ਪਤਾ ਨਹੀਂ ਕਦੋਂ ਦੀ ਭੁੱਖੀ ਪਿਆਸੀ ਹੋਣੀ ਇਹ ਬੱਚੀ। ਭਾਈ ਉਸ ਦੀ ਘਰ ਵਾਲੀ ਨੇ ਤਾਂ ਸਾਫ਼ ਜਵਾਬ ਦੇ ਦਿੱਤਾ, ਆਖੇ ਕੀ ਪਤਾ ਕਿਹੜੇ ਧਰਮ ਜਾਤ ਦੀ ਹੈ, ਮੈਂ ਨਹੀਂ ਪਿਲਾ ਸਕਦੀ ਇਸ ਨੂੰ ਆਪਣਾ ਦੁੱਧ। सरदार बोलिया है कमली ना होवे, भला जवाक दा भी कोई धर्म जात हुंदी है, ओ इह तां आप रब है, रब दी जात पुछदी है। नाले सरदारनीए मारन वाले नालों बचाउण वाले दा दर्जा बहुत वड्डा दस्सिया बाणी विच। कमल ना घुट, चल चुंगा दे बच्ची नूं दुੱਧ। भाई कन्हैया जी नूं सतगुरां आप अपनी छाती नाल लाया सी जदों उसने मजलूमां दी मदद कीती सी। ਇਹ ਗੱਲ ਸੁਣ ਕੇ ਸਰਦਾਰਨੀ ਵੀ ਭਿੱਜ ਗਈ। ਚੁੰਗਾ ਹੀ ਦਿੱਤਾ ਦੁੱਧ ਉਸਨੇ ਬੱਚੀ ਨੂੰ ਦੁੱਧ। ਬੱਚੀ ਤਾਂ ਪਲਾਂ ਵਿੱਚ ਹੀ ਚੁੱਪ ਹੋ ਗਈ ਸੀ। ਢਿੱਡ ਭਰਦਿਆਂ ਹੀ ਨੀਂਦ ਆ ਗਈ ਉਸ ਨੂੰ। ਸਰਦਾਰਨੀ ਕਹਿਣ ਲੱਗੀ, ਕੋਈ ਸੁਥਰੀ ਜਿਹੀ ਜਗ੍ਹਾ ਦੇਖ ਕੇ ਛੱਡ ਦੋ ਹੁਣ ਇਸ ਨੂੰ। ਸਰਦਾਰ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ, ਤੂੰ ਕੈਸੀ ਮਾਂ ਹੈ, ਇਸ ਨੰਨੀ ਜਾਨ ਨੂੰ ਇੱਥੇ ਕਿੱਥੇ ਛੱਡ ਜਾਈਏ, ਕੁੱਤੇ ਖਾ ਜਾਣਗੇ ਇਸ ਨੂੰ ਨੋਚ ਨੋਚ ਕੇ, ਇਹ ਤਾਂ ਹੁਣ ਆਪਣੇ ਨਾਲ ਹੀ ਰਹੂ। ਲੈ ਹੁਣ ਇਸ ਨੂੰ ਇਸ ਮੁਸੀਬਤ ਦੀ ਘੜੀ ਵਿੱਚ ਕਿੱਥੇ ਚੱਕੀ ਫਿਰਾਂਗੇ। ਸਰਦਾਰਨੀ ਹੈਰਾਨ ਹੋ ਕੇ ਬੋਲੀ, ਹਿੰਮਤ ਨਹੀਂ ਹਾਰੀ ਦੀ, ਭਲਾ ਕਰਦੇ ਜਾਈਦਾ ਜ਼ਿੰਦਗੀ 'ਚ, ਪਰਮਾਤਮਾ ਆਪੇ ਵਸੀਲਾ ਬਣਾ ਦਿੰਦਾ, ਇਹ ਤਾਂ ਆਪਣੀ ਜਿੱਤ ਦੀ ਨਿਸ਼ਾਨੀ ਹੈ। ਇਹ ਕਹਿ ਕੇ ਸਰਦਾਰ ਨੇ ਉਸ ਦਾ ਨਾਮ ਜੀਤੀ ਰੱਖ ਦਿੱਤਾ ਸੀ। ਸਰਦਾਰ ਆ ਕੇ ਰਾਏਕੋਟ ਵਸ ਗਏ ਤੇ ਆਪਾਂ ਅਡਾਲੂ ਆਪਣੇ ਪਿੰਡ। ਅਕਸਰ ਰਾਏਕੋਟ ਵਾਲੇ ਸਰਦਾਰ ਦੀ ਸੰਸਥਾ ਵਿੱਚ ਗੱਲ ਚੱਲਿਆ ਕਰਨੀ ਉਸ ਦੀ ਦਰਿਆ ਦਿਲੀ ਦੀ ਤੇ ਕਿਸੇ ਬਹੁਤ ਮਸ਼ਹੂਰ ਹੋ ਗਏ। ਪਰ ਕਹਿੰਦੇ ਨੇ ਸਰਦਾਰਨੀ ਦਿਲ ਵਿੱਚ ਕਿਤੇ ਨਾ ਕਿਤੇ ਫਰਕ ਰੱਖਦੀ ਸੀ ਜੀਤੀ ਨਾਲ। ਜੀਤੀ ਨੂੰ ਵੀ ਸਾਰੀ ਕਹਾਣੀ ਦਾ ਪਤਾ ਸੀ। ਉਸ ਨੇ ਅਹਿਸਾਨ ਮੰਨਦੀ ਨੇ ਕਦੇ ਆਪਣੀ ਜ਼ੁਬਾਨ ਨਹੀਂ ਸੀ ਖੋਲੀ। ਹਾਲਾਤਾਂ ਨੇ ਠਰਮਾ ਸਿਦਕ ਉਸ ਵਿੱਚ ਕੁੱਟ-ਕੁੱਟ ਕੇ ਭਰ ਦਿੱਤਾ ਸੀ। ਸਰਦਾਰ ਦੇ ਬੱਚਿਆਂ ਦੇ ਨਾਲ-ਨਾਲ ਜੀਤੀ ਵੀ ਜਵਾਨ ਹੋ ਗਈ ਸੀ, ਪਰ ਜੀਤੀ ਦੇ ਮਾੜੇ ਨਸੀਬ, ਜੀਤੀ ਦੇ ਵਿਆਹ ਤੋਂ ਪਹਿਲਾਂ ਹੀ ਸਰਦਾਰ ਹੈਜਾ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ। ਮੇਰੇ ਬਾਪੂ ਜੀ ਤੇ ਰਾਏਕੋਟ ਵਾਲਾ ਸਰਦਾਰ ਦੋਵੇਂ ਪਾਕਿਸਤਾਨ ਤੋਂ ਇੱਕੋ ਪਿੰਡ ਤੋਂ ਉੱਠ ਕੇ ਆਏ ਸੀ। ਬਸ ਫਰਕ ਸਿਰਫ ਇਹ ਪੈ ਗਿਆ ਕਿ ਉਹ ਰਾਏਕੋਟ ਮੁਸਲਮਾਨਾਂ ਦੀਆਂ ਹਵੇਲੀਆਂ ਤੇ ਕਬਜ਼ਾ ਹੋ ਗਏ ਤੇ ਸਾਡੇ ਬਾਪੂ ਜੀ ਹੋਰੀ ਅਡਾਲੂ ਵਸ ਗਏ। ਬਹੁਤ ਯਾਰਾਨਾ ਸੀ ਸਾਡੇ ਬਾਪੂ ਜੀ ਦਾ ਤੇ ਰਾਏਕੋਟ ਵਾਲੇ ਸਰਦਾਰ ਦਾ। ਬਾਪੂ ਜੀ ਦੱਸਦੇ ਹੁੰਦੇ, ਜਦੋਂ ਜੀਤੀ ਵੱਡੀ ਹੋਣ ਲੱਗੀ ਤਾਂ ਸਰਦਾਰ ਨੇ ਪਾਕਿਸਤਾਨ ਤੋਂ ਆਏ ਕਾਫਲੇ ਵਿੱਚ ਸਾਰੇ ਪਰਿਵਾਰ ਇਕੱਠੇ ਕਰ ਲਏ। ਮਹਾਰਾਜਾ ਜੀ ਹਜ਼ੂਰੀ ਵਿੱਚ ਸਭ ਨੂੰ ਨੇਮ ਚੁਕਵਾਇਆ
ਕਿ ਕੋਈ ਵੀ ਜੀਤੀ ਨੂੰ ਇਹ ਨਹੀਂ ਦੱਸੇਗਾ ਕਿ ਉਹ ਸਾਡੀ ਧੀ ਨਹੀਂ ਹੈ। ਸਭ ਨੇ ਸਹਿਮਤੀ ਜਤਾਈ। ਦਿਨ ਵਧੀਆ ਲੰਘ ਰਹੇ ਸੀ। ਸਰਦਾਰ ਦੇ ਦੋਵੇਂ ਮੁੰਡਿਆਂ ਨਾਲ ਜੀਤੀ ਵੀ ਸਕੂਲ ਜਾਇਆ ਕਰਦੀ ਸੀ। ਜੀਤੀ 5ਵੀਂ ਜਮਾਤ ਵਿੱਚ ਹੋ ਗਈ ਸੀ। ਕਾਫੀ ਗੱਲ ਸਮਝਣ ਲੱਗ ਪਈ ਸੀ। ਕਹਿੰਦੇ ਇੱਕ ਦਿਨ ਜੀਤੀ ਨੂੰ ਘਰ ਰੋਂਦੀ ਰੋਂਦੀ ਆਈ। ਸਰਦਾਰ ਦੇ ਮੁੰਡਿਆਂ ਨੇ ਘਰ ਆ ਕੇ ਦੱਸਿਆ, ਬੀਜੀ ਭੈਣ ਨੂੰ ਪਤਾ ਨਹੀਂ ਕੀ ਹੋ ਗਿਆ, ਰੋਈ ਜਾਂਦੀ ਹੈ, ਦੱਸਦੀ ਵੀ ਨਹੀਂ ਕੀ ਹੋਇਆ। ਬੀਬੀ ਜੀਤੀ ਨੂੰ ਗੋਦੀ ਚੁੱਕਦਿਆਂ ਬੋਲੀ, ਵੇ ਤੁਸੀਂ ਤਾਂ ਨਹੀਂ ਮਾਰਿਆ ਨਿਆਣੀ ਨੂੰ। ਜੇ ਤੁਹਾਡੇ ਬਾਪੂ ਨੂੰ ਪਤਾ ਲੱਗਿਆ ਕਿ ਤੁਸੀਂ ਮਾਰਿਆ, ਦੇਖਿਓ ਤੁਹਾਡੀ ਕਿਵੇਂ ਤੌਣੀ ਉਤਰਦੀ। ਤੁਹਾਡੇ ਬਾਪੂ ਦੀ ਤਾਂ ਜਾਨ ਵਸਦੀ ਆ ਇਸ ਵਿੱਚ। ਨਹੀਂ ਨਹੀਂ ਬੀਜੀ, ਅਸੀਂ ਤਾਂ ਕੁਝ ਨਹੀਂ ਕਿਹਾ, ਤੁਸੀਂ ਭੈਣ ਨੂੰ ਆਪ ਪੁੱਛ ਲਵੋ। ਜਵਾਕ ਡਰਦੇ ਹੋਏ ਬੋਲੇ। ਸਰਦਾਰਨੀ ਨੇ ਜੀਤੂ ਨੂੰ ਪੁਚਕਾਰਦੇ ਹੋਏ ਪੁੱਛਿਆ, ਕੀ ਹੋ ਗਿਆ ਧੀਏ, ਕਿਸ ਨੇ ਮਾਰਿਆ ਮੇਰੇ ਪੁੱਤ ਨੂੰ? ਮੈਨੂੰ ਦੱਸ ਪੁੱਤ, ਮੈਂ ਦੇ ਕੇ ਆਉਣੀ ਆ ਉਲਾਂਭਾ ਉਸ ਦੀ ਮਾਂ ਨੂੰ। ਅਜੇ ਸਰਦਾਰਨੀ ਜੀਤੀ ਨੂੰ ਪੁੱਛ ਰਹੀ ਸੀ ਕਿ ਸਰਦਾਰ ਵੀ ਮੋੜ ਆਇਆ ਸੀ ਖੇਤਾਂ ਵਿੱਚੋਂ। ਜੀਤੀ ਨੂੰ ਰੋਂਦੀ ਦੇਖ ਕੇ ਉਸਨੇ ਆਪਣੀ ਗੋਦੀ ਵਿੱਚ ਚੁੱਕ ਲਿਆ ਜੀਤੀ ਨੂੰ। ਕੀ ਹੋਇਆ ਮੇਰੇ ਪੁੱਤ ਨੂੰ? ਸਰਦਾਰ ਨੇ ਜੀਤੀ ਦੀ ਗੱਲ ਤੇ ਪਿਆਰ ਕਰਦੇ ਹੋਏ ਨੇ ਪੁੱਛਿਆ। ਤੁਸੀਂ ਮੇਰੇ ਸੱਚੇ ਬਾਪੂ ਜੀ ਨਹੀਂ ਹੋ? ਜੀਤੀ ਹੌਲੀ ਜਿਹੀ ਬੋਲੀ। ਇਹ ਗੱਲ ਸੁਣ ਕੇ ਸਰਦਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹੈ ਸੌਰੀ ਕਮਲੀ, ਇਹ ਕੀ ਬੋਲੀ ਤੂੰ? ਇਹ ਤੈਨੂੰ ਕਿਸ ਨੇ ਕਿਹਾ? ਸਰਦਾਰ ਨੂੰ ਜਿਸ ਗੱਲ ਦਾ ਹਮੇਸ਼ਾ ਡਰ ਰਹਿੰਦਾ ਸੀ, ਅਖੀਰ ਨੂੰ ਉਹੀ ਹੋਈ। ਬਾਪੂ ਜੀ, ਮੈਨੂੰ ਸਕੂਲ ਵਿੱਚ ਕੁੜੀਆਂ ਨੇ ਦੱਸਿਆ ਕਿ ਤੁਸੀਂ ਮੈਨੂੰ ਰਾਹ ਵਿੱਚੋਂ ਚੁੱਕ ਕੇ ਲਿਆਏ ਸੀ। ਜੀਤੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਉਹ ਰੋਂਦੀ ਰੋਂਦੀ ਅੱਗੇ ਬੋਲੀ, ਕੁੜੀਆਂ ਕਹਿੰਦੀਆਂ ਨੇ ਜੇ ਰਾਹ ਵਿੱਚੋਂ ਚੁੱਕਿਆ ਸੀ ਤਾਂ ਹੀ ਮੇਰੀ ਤੁਹਾਡੇ ਵਿੱਚੋਂ ਕਿਸੇ ਨਾਲ ਸ਼ਕਲ ਨਹੀਂ ਮਿਲਦੀ। ਸਰਦਾਰ ਦੀਆਂ ਅੱਖਾਂ ਭਰ ਆਈਆਂ। ਉਸਨੇ ਜੀਤੀ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ। ਨਾ ਮੇਰੀਏ ਧੀਏ, ਲੋਕਾਂ ਦੀਆਂ ਗੱਲਾਂ ਨਹੀਂ ਸੁਣਦੇ, ਝੂਠ ਬੋਲਦੇ ਨੇ ਲੋਕ। ਸੌ ਤੂੰ ਸਾਡੀ ਧੀ ਐ, ਸਾਡੇ ਜਿਗਰ ਦਾ ਟੋਟਾ। ਤੈਨੂੰ ਇਹ ਸਭ ਝੂਠ ਕਿਸ ਨੇ ਕਿਹਾ? ਤੂੰ ਨਾਉ ਦੱਸ ਦੇ ਕੇਰਾ। ਉਸ ਸ਼ਾਮ ਜੀਤੀ ਰੋਟੀ ਖਾ ਕੇ ਜਲਦੀ ਪੈ ਗਈ ਸੀ। ਸਰਦਾਰ ਖੇਤਾਂ ਤੋਂ ਆਇਆ ਤੇ ਸੁੱਤੀ ਪਈ ਜੀਤੀ ਨੂੰ ਬਹੁਤ ਪਿਆਰ ਕੀਤਾ। ਜਦ ਨੂੰ ਸਰਦਾਰਨੀ ਰੋਟੀ ਪਾ ਕੇ ਲੈ ਆਈ, ਸਰਦਾਰ ਸੁੱਤੀ ਪਈ ਜੀਤੀ ਦੇ ਕੋਲ ਮੰਜੇ ਤੇ ਬੈਠ ਗਿਆ। ਸਰਦਾਰਨੀ ਰੋਟੀ ਧਰ ਕੇ ਸਰਦਾਰ ਨੂੰ ਪੱਖੀ ਝੱਲਣ ਲੱਗੀ। ਸਰਦਾਰ ਰੋਟੀ ਦੀ ਬੁਰਕੀ ਤੋੜਦਾ ਬੋਲਿਆ, ਸਰਦਾਰਨੀਏ ਦੁਨੀਆ ਬਹੁਤ ਜ਼ਾਲਮ ਹੈ, ਇਸ ਦਾ ਬਸ ਚੱਲੇ ਤਾਂ ਇਹ ਸਭ ਦੀਆਂ ਖੁਸ਼ੀਆਂ ਨੋਚ ਲਵੇ। ਦੂਸਰੇ ਨੂੰ ਦੁੱਖ ਦੇ ਕੇ ਇਸ ਨੂੰ ਬਹੁਤ ਸਕੂਨ ਮਿਲਦਾ ਹੈ। ਦੱਸ ਭਲਾ ਕੀ ਲੋੜ ਸੀ ਜਵਾਕੜੀ ਨੂੰ ਇਹ ਸਭ ਦੱਸਣ ਦੀ? ਪਤਾ ਨਹੀਂ ਕੀ ਸੋਚਦੀ ਸੁੱਤੀ ਹੋਣੀ ਇਹ ਭੋਰਾ ਜਈ ਜਿੰਦ। ਲੋਕ ਖੁਸ਼ੀ ਤਾਂ ਨਹੀਂ ਉਹ ਦੇ ਸਕਦੇ, ਤਾਂ ਫਿਰ ਦੁੱਖ ਦੇਣ ਦਾ ਵੀ ਕੀ ਦੁੱਖ ਦੇਣ ਦਾ ਵੀ ਕੋਈ ਹੱਕ ਬਣਦਾ? ਅੱਜ ਮੇਰਾ ਬੱਚਾ ਮੇਰੇ ਤੋਂ ਬਗਾਨਾ ਕਰਕੇ ਕੀ ਮਿਲਿਆ ਕਿਸੇ ਨੂੰ? ਹਾਏ ਓਏ ਮਾਲਕਾ, ਸਰਦਾਰ ਜੀ ਐਡੀ ਵੱਡੀ ਗੱਲ ਕਿਤੇ ਲੁਕੀ ਰਹਿੰਦੀ ਹੈ। ਇੱਕ ਨਾ ਇੱਕ ਦਿਨ ਤਾਂ ਪਤਾ ਲੱਗਣਾ ਹੀ ਸੀ ਨਿਆਣੀ ਨੂੰ। ਸਰਦਾਰਨੀ ਲੱਸੀ ਦਾ ਗਲਾਸ ਫੜਾਉਂਦਿਆਂ ਬੋਲੀ, ਸਰਦਾਰਨੀਏ ਭਾਵੇਂ ਜਮਾਨਾ ਲੱਖ ਕੰਨ ਭਰੇ ਜਵਾਕੜੀ ਦੇ, ਪਰ ਦੇਖੀ ਕਿਤੇ ਤੂੰ ਹਮੇਸ਼ਾ ਇਹੋ ਕਹਿਣਾ ਕਿ ਉਹ ਸਾਡੀ ਧੀ ਹੈ। ਮੇਰ ਖਤਮ ਹੋ ਜਾਊ ਜਵਾਕ ਦੀ, ਘਰ ਵਿੱਚੋਂ ਅਨਾਥ ਹੋ ਜਾਊ, ਬਹੁਤ ਪਾਪ ਲੱਗੂ। ਸਰਦਾਰ ਬਹੁਤ ਉਦਾਸ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਬਸ ਅੱਜ ਤਾਂ ਰੋਟੀ ਵੀ ਨਹੀਂ ਲੰਘ ਰਹੀ ਸੀ। ਸਰਦਾਰ ਥਾਲੀ ਪਰਾਂ ਕਰਦਾ ਬੋਲਿਆ। ਕੋਲ ਪਈ ਜੀਤੀ ਦੀ ਕਿਤੇ ਅੱਖ ਖੁੱਲ ਗਈ ਸੀ। ਉਸਨੇ ਸਰਦਾਰ ਦੀ ਸਾਰੀ ਗੱਲ ਸੁਣ ਲਈ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕ ਨਹੀਂ ਸੀ ਰਹੇ। ਉਹ ਸੋਚ ਰਹੀ ਸੀ ਕਿ ਪਤਾ ਨਹੀਂ ਉਸਦੇ ਮਾਂ-ਬਾਪ ਕੌਣ ਹੋਣਗੇ, ਉਹ ਉਸ ਨੂੰ ਕਿਉਂ ਛੱਡ ਗਏ। ਸਾਰੀ ਰਾਤ ਸੋਚਦੀ ਦੀ ਕਿਤੇ ਅੱਖ ਲੱਗ ਗਈ ਸੀ। ਸਵੇਰ ਜਦੋਂ ਬੀਜੀ ਨੇ ਸਕੂਲ ਜਾਣ ਲਈ ਜਗਾਇਆ ਤਾਂ ਜੀਤੀ ਕਹਿਣ ਲੱਗੀ, ਮੈਂ ਹੁਣ ਸਕੂਲ ਨਹੀਂ ਜਾਇਆ ਕਰਨਾ, ਮੈਂ ਤੁਹਾਡੇ ਨਾਲ ਘਰ ਦਾ ਕੰਮ ਕਰਾਇਆ ਕਰੂੰ। ਸਰਦਾਰ ਕਹਿਣ ਲੱਗਾ, ਪੁੱਤ ਪਿੰਡ ਦੀਆਂ ਕੁੜੀਆਂ ਵਿੱਚੋਂ ਕਿਸੇ ਨੇ ਵੀ 10ਵੀਂ ਨਹੀਂ ਕੀਤੀ ਹੋਈ, ਤੂੰ 10ਵੀਂ ਤੱਕ ਤੇ ਜ਼ਰੂਰ ਪੜ੍ਹ। ਸਾਰੇ ਕਹਿਣਗੇ ਸਰਦਾਰਾਂ ਦੀ ਧੀ ਤਾਂ ਬਹੁਤ ਲਾਇਕ ਹੈ, ਮੇਰਾ ਬਹੁਤ ਮਾਣ ਹੋ ਜਾਊ। ਬਾਪੂ ਜੀ ਸਕੂਲ ਵਿੱਚ ਮੈਨੂੰ ਕੁੜੀਆਂ ਤੰਗ ਕਰਦੀਆਂ ਨੇ, ਮੈਂ ਨਹੀਂ ਜਾਣਾ ਸਕੂਲ, ਮੈਂ ਤਾਂ ਘਰੇ ਹੀ ਰਿਹਾ ਕਰੂੰ। ਜੀਤੀ ਨੇ ਜਵਾਬ ਦਿੱਤਾ। ਸਰਦਾਰਨੀਏ ਤਿਆਰ ਕਰ ਦੇ ਮੇਰੀ ਲਾਡੋ ਨੂੰ, ਮੈਂ ਅੱਜ ਆਪ ਸਕੂਲ ਛੱਡ ਕੇ ਆਉਂ। ਸਰਦਾਰ ਬੋਲਿਆ। ਖਬਰਦਾਰ ਕੁੜੀਓ, ਜੇ ਤੁਹਾਡੇ ਵਿੱਚੋਂ ਕਿਸੇ ਨੇ ਵੀ ਮੇਰੀ ਜੀਤੀ ਨੂੰ ਤੰਗ ਕਰਿਆ, ਮੈਥੋਂ ਬੁਰਾ ਕੋਈ ਨਹੀਂ। ਫੇਰ
ਫੇਰ ਨਾ ਕਿ ਉਹ ਦੱਸਿਆ ਨਹੀਂ ਸੀ। ਸਰਦਾਰ ਜੀਤੀ ਨੂੰ ਜਮਾਤ ਵਿੱਚ ਛੱਡ ਕੇ ਮੁੜਿਆ ਤਾਂ ਜੀਤੀ ਨੂੰ ਲੱਗਿਆ ਕਿ ਜੇ ਕਿਤੇ ਰੱਬ ਹੋਇਆ ਤਾਂ ਉਹ ਜ਼ਰੂਰ ਬਾਪੂ ਜੀ ਵਰਗਾ ਹੋਵੇਗਾ। ਮੈਂ ਜਿਵੇਂ ਜਿਵੇਂ ਜੀਤੀ ਦੇ ਘਰ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ, ਜੀਤੀ ਬਾਰੇ ਹੀ ਸੋਚਦਾ ਜਾ ਰਿਹਾ ਸੀ। ਬਾਪੂ ਜੀ ਨੇ ਜਦੋਂ ਵੀ ਰਾਏਕੋਟ ਜਾਣਾ ਤਾਂ ਆਪਣੇ ਯਾਰ ਕੋਲ ਜ਼ਰੂਰ ਜਾ ਕੇ ਆਉਣਾ, ਫਿਰ ਆ ਕੇ ਘਰ ਜੀਤੀ ਦੀਆਂ ਬਹੁਤ ਗੱਲਾਂ ਸੁਣਾਉਣੀਆਂ ਕਰਨੀਆਂ। ਅਸੀਂ ਜੀਤੀ ਨੂੰ ਬਾਪੂ ਜੀ ਦੀਆਂ ਗੱਲਾਂ ਵਿੱਚ ਹੀ ਵੱਡੀ ਹੁੰਦੀ ਦੇਖਿਆ ਸੀ। ਬਾਪੂ ਜੀ ਦੱਸਦੇ ਹੁੰਦੇ, ਸਰਦਾਰ ਨੇ ਆਪਣਾ ਵੱਡਾ ਮੁੰਡਾ ਵਲੈਤ ਵਿਆਹ ਦਿੱਤਾ। ਕੁਝ ਸਾਲਾਂ ਬਾਅਦ ਉਹ ਛੋਟੇ ਨੂੰ ਵੀ ਆਪਣੀ ਸਾਲੀ ਨਾਲ ਵਿਆਹ ਕੇ ਲੈ ਗਿਆ। ਜੀਤੀ, ਜਿਸ ਦੀਆਂ ਪਹਿਲਾਂ ਹੀ ਬਹੁਤ ਘੱਟ ਸਹੇਲੀਆਂ ਸਨ, ਉਹ ਭਰਾਵਾਂ ਦੇ ਜਾਣ ਤੋਂ ਬਾਅਦ ਹੋਰ ਵੀ ਇਕੱਲੀ ਹੋ ਗਈ। ਬਾਪੂ ਜੀ ਨੇ ਜਦੋਂ ਵੀ ਆਉਣਾ ਤਾਂ ਕਹਿਣਾ, ਬਈ ਉਹ ਬਹੁਤ ਸਬਰ ਦਿੱਤਾ ਰੱਬ ਨੇ ਜਵਾਕੜੀ ਨੂੰ, ਨਾ ਤਾਂ ਕਿਸੇ ਗੱਲ ਦੀ ਬਹੁਤੀ ਖੁਸ਼ੀ ਮਨਾਉਂਦੀ ਹੈ ਤੇ ਨਾ ਹੀ ਦੁੱਖ, ਪਤਾ ਨਹੀਂ ਕਾਦੀ ਬਣੀ ਹੋਈ ਹੈ। ਇੱਕ ਸਮੁੰਦਰ ਕੀਲ ਲਿਆ ਹੈ ਉਸਨੇ ਆਪਣੇ ਅੰਦਰ, ਘਰ ਦੀ ਚਾਰ ਦੀਵਾਰੀ ਹੀ ਉਸਦਾ ਸੰਸਾਰ ਜਾਪਦਾ। ਸਾਡੇ ਬਾਪੂ ਜੀ ਦਾ ਬਹੁਤ ਲਗਾਵ ਸੀ ਜੀਤੀ ਨਾਲ। ਉਹ ਦੱਸਦੇ ਹੁੰਦੇ, ਸਰਦਾਰ ਦੇ ਮੁੰਡੇ ਵਲੈਤ ਕਾਦੇ ਗਏ, ਉਹਨਾਂ ਨੇ ਮੁੜ ਕੇ ਕਦੇ ਪਿਛਾਂ ਨਹੀਂ ਦੇਖਿਆ। ਕਹਿੰਦੇ ਅਲੱਥ ਨਿਕਲੇ ਦੋਵੇਂ ਹੀ, ਸ਼ਰਾਬਾਂ ਪੀਣ ਲੱਗ ਪਏ ਉੱਥੇ ਜਾ ਕੇ। ਜਦੋਂ 71 ਵਿੱਚ ਜੰਗ ਲੱਗੀ, ਉਸ ਸਾਲ ਬਹੁਤ ਹੀ ਮੀਂਹ ਪਏ, ਭਾਖੜੇ ਦਾ ਪਾਣੀ ਛੱਡਣਾ ਪੈ ਗਿਆ ਤਾਂ ਸਤਲੁਜ ਵਿੱਚ ਹੜ੍ਹ ਆ ਗਿਆ। ਕਈ ਦਿਨ ਲੋਕ ਛੱਤਾਂ ਤੇ ਬੈਠੇ ਰਹੇ। ਸਰਦਾਰ ਘਰ ਦਾ ਡੰਗਰ ਵੱਛਾ ਸਾਂਭਦਾ ਗੰਦੇ ਪਾਣੀ ਵਿੱਚ ਫਿਰਦਾ ਰਿਹਾ। ਹੈਜਾ ਹੋ ਗਿਆ ਉਸਨੂੰ। ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ। ਸਰਦਾਰ ਨੇ ਬਾਪੂ ਜੀ ਨੂੰ ਸੁਨੇਹਾ ਭੇਜਿਆ ਤਾਂ ਬਾਪੂ ਜੀ ਉਹਨਾਂ ਪੈਰੀ ਸਰਦਾਰ ਕੋਲ ਗਏ। ਸਰਦਾਰ ਕਹਿਣ ਲੱਗਾ, ਵੀਰਾ ਲੱਗਦਾ ਮੇਰੀ ਆਖਰੀ ਵਕਤ ਆ ਗਿਆ, ਹੁਣ ਮੈਂ ਬਹੁਤੇ ਦਿਨ ਨਹੀਂ ਕੱਢਦਾ। ਜੇ ਮੈਂ ਪੂਰਾ ਹੋ ਗਿਆ ਤਾਂ ਮੇਰੇ ਮੁੰਡਿਆਂ ਦਾ ਇੰਤਜ਼ਾਰ ਨਾ ਕਰਿਓ, ਉਹਨਾਂ ਨੇ ਨਹੀਂ ਆਉਣਾ। ਮੇਰੀ ਅਰਥੀ ਨੂੰ ਤੂੰ ਜ਼ਰੂਰ ਮੋਢਾ ਦੇਈ ਵੀਰਾ, ਤੇ ਮੇਰੀ ਦਿਲੀ ਤਮੰਨਾ ਹੈ ਕਿ ਇੱਕ ਮੋਢਾ ਮੇਰੇ ਪੁੱਤ ਜੀਤੀ ਦਾ ਹੋਵੇ। ਲੋਕ ਦੇਖਣ ਕਿ ਧੀਆਂ ਪੁੱਤਰਾਂ ਨਾਲੋਂ ਕਿੰਨਾ ਵੱਧ ਸਾਥ ਨਿਭਾਉਂਦੀਆਂ ਨੇ। ਇੱਕ ਗੱਲ ਹੋਰ, ਤੂੰ ਕੋਈ ਚੰਗਾ ਜਿਹਾ ਮੁੰਡਾ ਦੇਖ ਕੇ ਮੇਰੀ ਜੀਤੀ ਦਾ ਵਿਆਹ ਜ਼ਰੂਰ ਕਰ ਦੇਵੀਂ। ਚੰਗੀ ਤਰ੍ਹਾਂ ਘੋਖ ਕੇ ਵਿਆਹੀ ਮੇਰੀ ਧੀ ਨੂੰ, ਤਾਂ ਕਿ ਇਸ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਨਾ ਆਵੇ। ਇਹਨੇ ਕਦੇ ਕਿਸੇ ਕੋਲ ਉੱਜਰ ਨਹੀਂ ਕਰਨਾ, ਅੰਦਰ ਹੀ ਅੰਦਰ ਘੁੱਟ ਜਾਏਗੀ ਵਰਨਾ। ਰੱਬ ਤੇਰਾ ਭਲਾ ਕਰੂ ਵੀਰਾ, ਇਹ ਜ਼ਿੰਮੇਵਾਰੀ ਹੁਣ ਤੇਰੀ ਰਹੀ। ਜਿੰਨੀ ਦੇਰ ਇਸ ਦਾ ਘਰ ਨਹੀਂ ਵਸ ਜਾਂਦਾ, ਮੇਰੀ ਰੂਹ ਨੇ ਉਰੇ ਹੀ ਭਟਕਦੀ ਰਹਿਣਾ। ਸਰਦਾਰ ਦੀ ਗੱਲ ਸੁਣ ਜੀਤੀ ਨੇ ਅੱਖਾਂ ਭਰ ਲਈਆਂ। ਕਹਿਣ ਲੱਗੀ, ਚਾਚਾ ਜੀ ਤੁਸੀਂ ਬਾਪੂ ਜੀ ਨੂੰ ਸ਼ਹਿਰ ਕਿਸੇ ਵੱਡੇ ਡਾਕਟਰ ਕੋਲ ਲੈ ਜਾਓ। ਠੀਕ ਆ ਪੁੱਤ, ਹੁਣ ਤਾਂ ਆਥਣਾ ਹੋ ਗਿਆ, ਕੱਲ ਨੂੰ ਸਵਖਤੇ ਲੈ ਜਾਊਂ। ਬਾਪੂ ਜੀ ਘਰ ਆ ਕੇ ਸਵੇਰ ਦੀ ਤਿਆਰੀ ਕਰ ਰਹੇ ਸੀ ਕਿ ਰਾਏਕੋਟ ਤੋਂ ਸੁਨੇਹਾ ਆ ਗਿਆ ਕਿ ਸਰਦਾਰ ਤਾਂ ਰਾਤੀ ਚੜ੍ਹਾਈ ਕਰ ਗਿਆ। ਮੈਂ ਵੀ ਬਾਪੂ ਜੀ ਨਾਲ ਉਦੋਂ ਸਰਦਾਰ ਦੇ ਸੰਸਕਾਰ ਤੇ ਗਿਆ ਸੀ। ਉਦੋਂ ਪਹਿਲੀ ਵਾਰ ਮੈਂ ਜੀਤੀ ਨੂੰ ਦੇਖਿਆ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਤਾਂ ਗਿਰ ਰਹੇ ਸੀ, ਪਰ ਉਸ ਦੇ ਰੋਣ ਦੀ ਆਵਾਜ਼ ਨਹੀਂ ਸੀ ਆ ਰਹੀ। ਅੱਜ ਜਦੋਂ ਜੀਤੀ ਨੂੰ ਗਲੀ ਵਿੱਚ ਰੋਂਦਿਆਂ ਦੇਖਿਆ ਤਾਂ ਮੈਨੂੰ ਬਚਪਨ ਵਿੱਚ ਦੇਖੀ ਉਹ ਜੀਤੀ ਯਾਦ ਆ ਗਈ। ਕੁਝ ਮਹੀਨੇ ਲੰਘਣ ਤੋਂ ਬਾਅਦ ਮੇਰੇ ਬਾਪੂ ਜੀ ਨੇ ਸਾਡੇ ਪਿੰਡ ਵਾਲੇ ਮਾਸਟਰ ਦੇ ਘਰ ਰਿਸ਼ਤੇ ਦੀ ਗੱਲ ਚਲਾਈ ਤਾਂ ਉਹ ਕੁਝ ਨਾ ਨੁੱਕਰ ਜਿਹੀ ਕਰਨ ਲੱਗ ਪਏ। ਕਹਿਣ ਲੱਗੇ, ਪਤਾ ਨਹੀਂ ਕਿਹੜੇ ਖਾਨਦਾਨ ਦੀ ਹੈ, ਪਲੀ ਜ਼ਰੂਰ ਹੈ ਸਰਦਾਰਾਂ ਦੇ, ਪਰ ਅਸਲ ਕੌਣ ਹੈ ਕੀ ਪਤਾ। ਇਹ ਸੁਣ ਕੇ ਮਾਸਟਰ ਨੂੰ ਬਹੁਤ ਗੁੱਸਾ ਲੱਗਿਆ। ਖਾਨਦਾਨਾਂ ਨਾਲੋਂ ਕਿਤੇ ਵੱਧ ਪਰਵਿਸ਼ਾਂ ਦਾ ਅਸਰ ਹੁੰਦਾ। ਮੈਂ ਕਰਵਾਉਂ ਵਿਆਹ ਜੀਤੀ ਨਾਲ, ਫਿਰ ਕੀ ਹੋਇਆ ਜੇ ਉਸ ਨੂੰ ਵਕਤ ਧੋਖਾ ਦੇ ਗਿਆ। ਓਏ ਸਰਦਾਰ ਕੋਲੋਂ ਹੀ ਕੁਝ ਸਿੱਖ ਲਵੋ, ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ। ਮਨਾ ਲਏ ਮਾਸਟਰ ਨੇ ਆਪਣੇ ਘਰ ਦੇ। ਇਸ ਤਰ੍ਹਾਂ ਜੀਤੀ ਰਾਏਕੋਟ ਤੋਂ ਵਿਆਹ ਕੇ ਅਡਾਲੂ ਆ ਗਈ। ਮੈਂ ਭਾਵੇਂ ਉਦੋਂ 10ਵੀਂ ਵਿੱਚ ਪੜ੍ਹਦਾ ਸੀ, ਭਾਵੇਂ ਜ਼ਿੰਦਗੀ ਦੀ ਬਹੁਤੀ ਸਮਝ ਨਹੀਂ ਸੀ, ਪਰ ਮਾਸਟਰ ਦੇ ਇਸ ਪਰਉਪਕਾਰ ਨੂੰ ਦੇਖ ਕੇ ਮੈਂ ਦਿਲ ਵਿੱਚ ਪੱਕਾ ਸੋਚ ਲਿਆ ਸੀ ਕਿ ਮੈਂ ਵੀ ਵੱਡਾ ਹੋ ਕੇ ਮਾਸਟਰ ਹੀ ਬਣੂ। ਆਪਣੇ ਖਿਆਲਾਂ ਵਿੱਚ ਮੈਂ ਕਦੋਂ ਘਰ ਪਹੁੰਚ ਗਿਆ ਪਤਾ ਹੀ ਨਹੀਂ ਲੱਗਿਆ। ਘਰ ਆ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਤੋਂ ਜੀਤੀ ਦੇ ਹਾਲਾਤ ਬਾਰੇ ਪੁੱਛਿਆ। ਮਾਂ, ਜੀਤੀ ਨੂੰ ਕੀ ਹੋ ਗਿਆ? ਮਾਂ ਕਹਿਣ ਲੱਗੀ, ਪੁੱਤ ਪਤਾ ਨਹੀਂ,
ਕਿਹੜੇ ਲੇਖ ਲਿਖਵਾਏ ਨੇ ਚੰਦਰੀ ਨੇ। ਰੱਬ ਖੁਸ਼ੀ ਦਿੰਦਾ ਦੇ ਕੇ ਝੱਟ ਖੋ ਲੈਂਦਾ। ਤੂੰ ਗਰਮੀ ਵਿੱਚ ਆਇਆ, ਪਹਿਲਾਂ ਪੱਖੇ ਥੱਲੇ ਬੈਠ ਆਰਾਮ ਕਰ, ਮੈਂ ਕੁਝ ਠੰਡਾ ਪੀਣ ਲਈ ਲੈ ਕੇ ਆਉਂਦੀ ਹਾਂ। ਮੈਨੂੰ ਚੈਨ ਨਹੀਂ ਸੀ ਆ ਰਹੀ। ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ, ਬੇਟਾ ਜੀ ਜਿੰਨੀ ਦੇਰ ਬੰਦੇ ਅੰਦਰ ਲਾਲਚ ਜਿਉਂਦਾ ਹੈ ਨਾ, ਓਨੀ ਦੇਰ ਜ਼ਾਲਮ ਨਹੀਂ ਮਰਦਾ। ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ, ਪਰ ਪੂਰੀ ਗੱਲ ਪਤਾ ਕਰਨ ਦੀ ਪੜਤਾਲ ਬਹੁਤ ਸੀ। ਵਿਆਹ ਤੋਂ ਬਾਅਦ ਜਦੋਂ ਜੀਤੀ ਸਾਡੇ ਪਿੰਡ ਜਾਣੀ ਕਿ ਆਪਦੇ ਸਹੁਰੀ ਅਡਾਲੂ ਆਈ ਤਾਂ ਕਹਿੰਦੇ ਲੋਕਾਂ ਵਿੱਚ ਆਮ ਚਰਚਾ ਹੁੰਦੀ ਸੀ, ਬਈ ਮਾਸਟਰ ਨੇ ਪਿਛਲੇ ਜਨਮ ਵਿੱਚ ਜ਼ਰੂਰ ਮੋਤੀ ਪੁੰਨ ਕੀਤੇ ਹੋਣਗੇ। ਜੀਤੀ ਦੇ ਚੰਨ ਵਰਗੇ ਚਿਹਰੇ ਦੀ ਹਸੂ ਕਰਦੇ ਸੁਭਾਅ ਦੀ ਆਮ ਗੱਲਾਂ ਹੋਈਆਂ ਕਰਦੀਆਂ। ਬਹੁਤੀਆਂ ਬੁੜੀਆਂ ਆਪਣੀ ਨੂੰਹ ਨੂੰ ਕਹਿੰਦੀਆਂ, ਕੁੜੇ ਤੁਸੀਂ ਵੀ ਭੋਰਾ ਜੀਤੀ ਕੋਲੋਂ ਬੋਲਣਾ ਸਿੱਖ ਲਵੋ, ਕੁੜੀ ਬੋਲਦੀ ਏ ਲੱਗਦਾ ਸ਼ਹਿਦ ਟਪਕਦਾ ਹੋਵੇ। ਮੈਂ ਪਿਆ ਯਾਦ ਕਰਦਾ ਸੀ ਜਦੋਂ ਸਾਡੇ ਬਾਪੂ ਜੀ ਨੇ ਮਾਸਟਰ ਨੂੰ ਵਿਆਹ ਤੋਂ ਬਾਅਦ ਘਰੇ ਰੋਟੀ ਤੇ ਸੱਦਿਆ ਤਾਂ ਜੀਤੀ ਘਰ ਆ ਕੇ ਬਾਪੂ ਜੀ ਦੇ ਪੈਰੀ ਹੱਥ ਲਗਾਉਣ ਲੱਗੀ ਤਾਂ ਬਾਪੂ ਜੀ ਕਹਿਣ ਲੱਗੇ, ਨਾ ਕੁੜੀਏ ਅਸੀਂ ਧੀਆਂ ਤੋਂ ਪੈਰੀ ਹੱਥ ਨਹੀਂ ਲਵਾਉਂਦੇ, ਨਾਲੇ ਮੈਂ ਤਾਂ ਤੇਰਾ ਧਰਮ ਦਾ ਪਿਓ ਹਾਂ। ਸਰਦਾਰ ਦੇ ਜਹਾਨੋਂ ਜਾਣ ਤੋਂ ਬਾਅਦ ਬਾਪੂ ਜੀ ਨੇ ਹੀ ਜੀਤੀ ਦਾ ਰਿਸ਼ਤਾ ਕਰਵਾਇਆ ਸੀ ਤੇ ਉਹਨਾਂ ਨੇ ਹੀ ਕੰਨਿਆਦਾਨ ਦੀ ਰਸਮ ਅਦਾ ਕੀਤੀ ਸੀ। ਮੈਨੂੰ ਯਾਦ ਹੈ ਅਸੀਂ ਕਿੰਨਾ ਚਾਅ ਕਰਿਆ ਸੀ ਉਸ ਦੇ ਘਰ ਆਉਣ ਤੇ। ਬਾਪੂ ਜੀ ਕਹਿਣ ਲੱਗੇ, ਮਾਸਟਰ ਪੁੱਤ ਭਾਵੇਂ ਤੂੰ ਸਾਡੇ ਪਿੰਡ ਦਾ ਮੁੰਡਾ, ਪਰ ਪੁੱਤ ਸਾਡਾ ਰਿਸ਼ਤਾ ਜੀਤੀ ਨਾਲ ਉਸ ਤੋਂ ਵੱਡਾ ਹੈ, ਧੀਆਂ ਵਾਲਾ ਰਿਸ਼ਤਾ। ਇਸ ਕਰਕੇ ਭਾਈ ਤੂੰ ਸਾਡੇ ਘਰ ਦਾ ਜਵਾਈ ਪਹਿਲਾਂ ਏ। ਮੇਰੀ ਵੱਡੀ ਭੈਣ ਸੁਖੀ ਤੇ ਜੀਤੀ ਉਸ ਦਿਨ ਤੋਂ ਪੱਕੀਆਂ ਸਹੇਲੀਆਂ ਬਣ ਗਈਆਂ ਸਨ। ਅਜੇ ਜੀਤੀ ਦਾ ਵਿਆਹ ਹੋਇਆ ਸਾਲ ਵੀ ਨਹੀਂ ਸੀ ਹੋਇਆ, ਉਹਨਾਂ ਦੇ ਬਜ਼ੁਰਗ ਨੇ ਇੱਕ ਦਿਨ ਜਾਇਦਾਦ ਦਾ ਬਟਵਾਰਾ ਕਰਕੇ ਤਿੰਨੇ ਭਰਾ ਜੁਦਾ ਕਰ ਦਿੱਤੇ। ਉਦੋਂ ਜੀਤੀ ਦੇ ਜਵਾਕ ਹੋਣ ਨੂੰ ਸੀ। 4 ਖਣ ਦਾ ਬਾਹਰ ਵਾਲਾ ਘਰ ਮਾਸਟਰ ਦੇ ਹਿੱਸੇ ਆਇਆ ਸੀ। ਬਾਪੂ ਜੀ ਨੂੰ ਬਹੁਤ ਗੁੱਸਾ ਲੱਗਿਆ, ਕਹਿਣ ਲੱਗੇ, ਸ਼ਰਮ ਲਾ ਦਿੱਤੀ ਮਾਸਟਰ ਕਿਆਂ ਨੇ, ਭਲਾ ਕੁਝ ਦੇਰ ਹੋਰ ਠਹਿਰ ਕੇ ਜੁਦਾ ਹੋ ਜਾਂਦੇ। ਭੋਰਾ ਭਰ ਜਵਾਕੜੀ ਨੂੰ ਇਸ ਹਾਲਤ ਵਿੱਚ ਇਕੱਲੀ ਛੱਡ ਦਿੱਤਾ। ਬਾਪੂ ਜੀ ਨੇ ਸਰਦਾਰਨੀ ਨੂੰ ਸੁਨੇਹਾ ਭੇਜ ਕੇ ਜੀਤੀ ਕੋਲ ਰਹਿਣ ਲਈ ਸੱਦ ਲਿਆ। ਕੁਝ ਦੇਰ ਬਾਅਦ ਜੀਤੀ ਦੇ ਘਰ ਬੇਟੀ ਨੇ ਜਨਮ ਲਿੱਤਾ। ਬਹੁਤ ਚਾਅ ਨਾਲ ਉਸ ਦਾ ਨਾਮ ਪਰਮਿੰਦਰ ਕੌਰ ਰੱਖਿਆ। ਪਿਆਰ ਨਾਲ ਸਾਰੇ ਉਸ ਨੂੰ ਭਿੰਦੀ ਕਹਿੰਦੇ ਸੀ। ਤੀਆਂ ਵਰਗੇ ਦਿਨ ਲੰਘ ਰਹੇ ਸੀ ਜੀਤੀ ਦੇ। ਸਵੇਰੇ ਮਾਸਟਰ ਨੂੰ ਕੰਮ ਤੇ ਭੇਜ ਦਿੰਦੀ, ਭਿੰਦੀ ਨਾਲ ਹੱਸਦੀ ਖੇਡਦੀ ਦਾ ਦਿਨ ਗੁਜ਼ਰ ਜਾਣਾ। ਸ਼ਾਮ 3 ਵਜੇ ਮਾਸਟਰ ਨੇ ਆ ਜਾਣਾ। ਬਹੁਤ ਪਿਆਰ ਸੀ ਦੋਵਾਂ ਵਿੱਚ। ਅਚਾਨਕ ਕੁਝ ਦਿਨਾਂ ਤੋਂ ਮਾਸਟਰ ਨਾਲ ਘਰ ਉਸ ਦਾ ਬਚਪਨ ਦਾ ਦੋਸਤ ਮੱਗਰ ਲੰਬੜਦਾਰ ਆਉਣ ਲੱਗ ਪਿਆ ਸੀ। ਉਸ ਦੀ ਉੱਠਣੀ ਬੈਠਣੀ ਬੋਲਚਾਲ ਜੀਤੀ ਨੂੰ ਪਸੰਦ ਨਾ ਆਈ। ਉਹ ਜਦੋਂ ਵੀ ਮਾਸਟਰ ਨਾਲ ਆਉਂਦਾ ਤਾਂ ਜੀਤੀ ਨੂੰ ਆਪਣੇ ਹੀ ਘਰ ਵਿੱਚ ਘੁਟਨ ਜਿਹੀ ਮਹਿਸੂਸ ਹੋਣ ਲੱਗ ਪੈਂਦੀ। ਉਹ ਹਰ ਵਾਰ ਸੋਚਦੀ ਕਿ ਮਾਸਟਰ ਨੂੰ ਕਹਿ ਦੇਵਾਂ ਕਿ ਇਸ ਬੰਦੇ ਨੂੰ ਘਰ ਨਾ ਲਿਆਇਆ ਕਰੋ। ਫਿਰ ਹਰ ਵਾਰ ਕਹਿੰਦੀ ਨੇ ਰੁਕ ਜਾਣਾ। ਇੱਕ ਦਿਨ ਸ਼ਾਮ ਨੂੰ ਮੱਗਰ ਨੇ ਆ ਕੇ ਦਰਵਾਜ਼ਾ ਖੜਕਾਇਆ। ਮਾਸਟਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਕੁਰਸੀ ਦੇ ਦਿੱਤੀ ਬੈਠਣ ਨੂੰ। ਸ਼ਾਇਦ ਉਸ ਦੀ ਸ਼ਰਾਬ ਪੀਤੀ ਹੋਈ ਸੀ। ਮੱਗਰ ਕਹਿਣ ਲੱਗਾ, ਮਾਸਟਰ ਤੂੰ ਵੀ ਸਿਰਾ ਹੀ ਹੈ। ਰੱਬ ਨੇ ਤੈਨੂੰ ਜਿੰਨੀ ਸੋਹਣੀ ਜਨਾਨੀ ਦਿੱਤੀ, ਤੂੰ ਉਸ ਦੀ ਕਦਰ ਨਹੀਂ ਪਾਈ। ਆਹ ਕੀ ਛੱਪਰ ਜੇ ਵਿੱਚ ਨੂੜੀ ਹੋਈ ਆ ਵਿਚਾਰੀ। ਕੋਠੀ ਪਾ ਕੋਠੀ ਕਿਤੇ। ਮੇਰੇ ਵਰਗੇ ਦੇ ਇਹੋ ਜਿਹੇ ਨਸੀਬ ਹੁੰਦੇ, ਮੈਂ ਪੈਰਾਂ ਨੂੰ ਮਿੱਟੀ ਵੀ ਨਾ ਲੱਗਣ ਦਿੰਦਾ। ਮਾਸਟਰ ਨੇ ਹੱਸ ਕੇ ਸਾਰ ਦਿੱਤਾ, ਪਰ ਜੀਤੀ ਨੂੰ ਬਹੁਤ ਬੁਰਾ ਲੱਗਿਆ। ਉਹ ਖਰਦਰੇ ਜਿਹੇ ਆਵਾਜ਼ ਨਾਲ ਬੋਲੀ, ਵੀਰ ਜੀ ਸਾਨੂੰ ਜਿੱਥੇ ਮਹਾਰਾਜ ਨੇ ਰੱਖਿਆ ਅਸੀਂ ਬਹੁਤ ਖੁਸ਼ ਹਾਂ। ਵੀਰ ਜੀ ਮੈਂ ਤਾਂ ਤੇਰਾ ਦਿਓਰ ਹਾਂ ਭਾਬੀ, ਮੇਰਾ ਨਾਮ ਹੀ ਲੈ ਲਿਆ ਕਰ। ਮੱਗਰ ਗੁੱਸਾ ਕਰ ਗਈ ਲੱਗਦੀ। ਭਾਬੋ ਮੈਂ ਤਾਂ ਆਪਣੇ ਮਨ ਦੀ ਦੱਸਦਾ ਸੀ। ਆਪਣੇ ਜਾਣੇ ਤਾਂ ਮੈਂ ਸਿਫਤ ਕਰਦਾ ਸੀ ਤੇਰੀ। ਸਾਨੂੰ ਪਿੰਡੂਆਂ ਨੂੰ ਆਪਣੀ ਗੱਲ ਵੀ ਨਹੀਂ ਕਹਿਣੀ ਆਉਂਦੀ। ਸਮਝ ਗਿਆ ਸੀ ਮੱਗਰ ਕਿ ਜੀਤੀ ਗੁੱਸਾ ਕਰ ਗਈ ਹੈ। ਉਹ ਅੱਖ ਬਚਾ ਕੇ ਉੱਥੋਂ ਖਿਸਕ ਗਿਆ। ਉਸ ਦੇ ਜਾਣ ਤੋਂ ਬਾਅਦ ਜੀਤੀ ਨੇ ਮਾਸਟਰ ਨੂੰ ਆਪਣੇ ਮਨ ਦੀ ਦੱਸੀ ਤਾਂ ਮਾਸਟਰ ਕਹਿਣ ਲੱਗਾ, ਦਿਲ ਦਾ ਨਹੀਂ ਮਾੜਾ, ਬਸ ਬੋਲਣ ਦੀ ਅਕਲ ਘੱਟ ਹੈ। ਬਚਪਨ ਤੋਂ ਜਾਣਦਾ ਮੈਂ ਉਸ ਨੂੰ। ਜੀਤੀ ਕਹਿਣ ਲੱਗੀ, ਤੁਸੀਂ ਸਭ ਨੂੰ ਆਪਣੇ ਵਰਗਾ ਚੰਗਾ ਸਮਝਦੇ ਹੋ, ਪਰ ਆਹ ਤੁਹਾਡਾ ਦੋਸਤ ਮੈਨੂੰ ਪਤਾ ਨਹੀਂ ਕਿਉਂ ਬਹੁਤ ਬੁਰਾ ਲੱਗਦਾ। ਅੱਛਾ ਜੀ ਅਸੀਂ ਚੰਗੇ ਹਾਂ, ਸਾਨੂੰ ਤਾਂ ਪਤਾ ਨਹੀਂ ਸੀ। ਮਾਸਟਰ ਜੀਤੀ ਨੂੰ ਕਲਾਵੇ ਵਿੱਚ ਲੈਂਦਾ ਬੋਲਿਆ। ਜੀਤੀ ਨੇ ਅਗਲੇ ਦਿਨ ਮੇਰੀ ਭੈਣ ਨੂੰ ਸਾਰੀ ਗੱਲ ਦੱਸੀ। ਜੱਸੀ ਨੇ ਘਰ ਆ ਕੇ
ਬੀਜੀ ਨੇ ਬਾਪੂ ਜੀ ਨੂੰ ਤੇ ਬਾਪੂ ਜੀ ਨੇ ਜਾ ਕੇ ਮੱਗਰ ਘੂਰ ਦਿੱਤਾ। ਖਬਰਦਾਰ ਮੱਗਰ, ਦੂਰ ਰਹਿ ਮਾਸਟਰ ਦੇ ਘਰ ਤੋਂ, ਨਹੀਂ ਤਾਂ ਹਸ਼ਰ ਚੰਗਾ ਨਹੀਂ ਹੋਣਾ। ਸਭ ਨੂੰ ਮੱਗਰ ਦੀਆਂ ਕਰਤੂਤਾਂ ਦਾ ਪਤਾ ਸੀ। ਫਿਰ ਬਾਪੂ ਜੀ ਨੇ ਮਾਸਟਰ ਨੂੰ ਗੱਲਾਂ ਵਿੱਚ ਸਮਝਾਇਆ, ਕਾਕਾ ਜਦੋਂ ਘਰ ਧੀਆਂ ਭੈਣਾਂ ਹੋਣ ਜਾਂ ਜਨਾਨੀ ਆ ਜਾਵੇ ਤਾਂ ਯਾਰੀ ਦੋਸਤੀ ਦੇ ਮੁਲਾਜੇ ਦਰ ਤੋਂ ਬਾਹਰ ਹੀ ਪੂਰੀ ਦੇ ਆ। ਮਾਸਟਰ ਸਕੂਲ ਤੋਂ ਘਰ ਨੂੰ ਆ ਰਿਹਾ ਸੀ ਤਾਂ ਮੱਗਰ ਨੇ ਘੇਰ ਲਿਆ, ਨਾ ਬਾਈ ਹੁਣ ਤੇਰੇ ਘਰ ਕੌਣ ਆਊ ਕੌਣ ਨਹੀਂ ਆਊ ਇਹ ਵੀ ਲੋਕ ਤੈਅ ਕਰਿਆ ਕਰਨਗੇ। ਜੇ ਤੈਨੂੰ ਮੇਰੇ ਆਉਣਾ ਚੰਗਾ ਨਹੀਂ ਸੀ ਲੱਗਦਾ ਤਾਂ ਆਪ ਕਹਿ ਦਿੰਦਾ। ਆ ਬਾਹਰੀਆਂ ਤੋਂ ਕਹਾਉਣ ਦੀ ਕੀ ਲੋੜ ਸੀ, ਸਾਡੇ ਕਿਹੜਾ ਤੀਵੀਆਂ ਨਹੀਂ ਹਨ, ਲੁੱਚੇ ਲੰਡੇ ਹੀ ਬਣਾਤੇ ਯਾਰ। ਤਾਂ ਮਾਸਟਰ ਨੂੰ ਜਦੋਂ ਪਤਾ ਲੱਗਿਆ ਤਾਂ ਕਲੇਸ਼ ਵੱਧ ਗਿਆ। ਵਿਆਹ ਤੋਂ ਬਾਅਦ ਪਹਿਲੀ ਵਾਰ ਜੀਤੀ ਨਾਲ ਲੜਿਆ ਸੀ ਮਾਸਟਰ। ਉਸ ਨੂੰ ਲੱਗਿਆ ਜੀਤੀ ਘਰ ਦੀਆਂ ਗੱਲਾਂ ਬਾਹਰ ਕਰਦੀ ਹੈ। ਮੱਗਰ ਕਿਸੇ ਜ਼ਹਿਰੀ ਸੱਪ ਵਾਂਗੂ ਅੰਦਰ ਹੀ ਅੰਦਰ ਵਿਸ ਘੋਲਦਾ ਰਹਿੰਦਾ। ਉਹ ਮੌਕੇ ਦੀ ਤਾਕ ਵਿੱਚ ਰਹਿੰਦਾ ਕਿ ਕਦੋਂ ਜੀਤੀ ਉਸ ਨੂੰ ਕਿਤੇ ਇਕੱਲੀ ਮਿਲ ਜਾਵੇ, ਪਰ ਸਾਡੇ ਬਾਪੂ ਜੀ ਤੋਂ ਬਹੁਤ ਡਰਦਾ ਸੀ। ਹਿੰਮਤ ਨਹੀਂ ਸੀ ਪੈਂਦੀ ਉਸ ਦੀ। ਹੁਣ ਘਰ ਤਾਂ ਨਹੀਂ ਸੀ ਆਉਂਦਾ, ਪਰ ਮਾਸਟਰ ਨੂੰ ਪੂਰਾ ਹੱਥ ਤੇ ਕਰ ਰੱਖਿਆ ਸੀ ਮੱਗਰ ਨੇ। ਭਿੰਦੀ 3 ਸਾਲ ਦੀ ਹੋ ਗਈ ਸੀ, ਸਕੂਲ ਜਾਣ ਲੱਗ ਪਈ ਸੀ। ਜੀਤੀ ਨੇ ਜਦੋਂ ਭਿੰਦੀ ਨੂੰ ਸਕੂਲ ਛੱਡਣ ਜਾਣਾ ਤੇ ਮੱਗਰ ਨੇ ਆਨੇ ਬਹਾਨੇ ਰਾਹ ਵਿੱਚ ਟੱਕਰ ਜਾਣਾ, ਕੁਝ ਨਾ ਕੁਝ ਅਵਾ ਤਵਾ ਬੋਲ ਕੇ ਲੰਘਣਾ। ਜੀਤੀ ਸਭ ਕੁਝ ਚੁੱਪਚਾਪ ਸਹਿੰਦੀ ਰਹੀ। ਉਸਨੇ ਕਲੇਸ਼ ਤੋਂ ਡਰਦੀ ਨੇ ਕਿਸੇ ਕੋਲ ਵੀ ਗੱਲ ਨਾ ਕੀਤੀ, ਪਰ ਉਹ ਸਮਝ ਗਈ ਸੀ ਕਿ ਮੱਗਰ ਦੀ ਨੀਅਤ ਸਾਫ਼ ਨਹੀਂ ਹੈ। ਕਿੰਨੀ ਇਕੱਲੀ ਮਹਿਸੂਸ ਕਰਦੀ ਸੀ ਉਹ ਆਪਣੇ ਆਪ ਨੂੰ ਪਿੰਡ ਦੀਆਂ ਗਲੀਆਂ ਵਿੱਚ। ਕਦੇ ਵਲੈਤ ਬੈਠੇ ਆਪਣੇ ਵੀਰਾਂ ਨੂੰ ਯਾਦ ਕਰਦੀ, ਕਦੇ ਸਰਦਾਰ ਨੂੰ, ਕਦੇ ਯਾਦ ਕਰਦੀ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੀ ਸ਼ਕਲ ਵੀ ਉਸ ਨੂੰ ਯਾਦ ਨਹੀਂ ਸੀ। ਹਰ ਰੋਜ਼ ਸਵੇਰ ਹੀ ਮੱਗਰ ਦਾ ਡਰ ਉਸ ਦਾ ਪਿੱਛਾ ਕਰਨ ਲੱਗ ਪੈਂਦਾ ਤੇ ਰਾਤ ਨੂੰ ਉਹੀ ਡਰ ਉਹ ਓੜ ਕੇ ਸੌ ਜਾਂਦੀ। ਮੈਂ ਜੀਤੀ ਬਾਰੇ ਸੋਚ ਰਿਹਾ ਸੀ ਕਿ ਅੱਖ ਦੀਵਾਰ ਤੇ ਲੱਗੀ ਘੜੀ ਤੇ ਚਲੀ ਗਈ। ਰਾਤ ਦਾ 1:30 ਵੱਜ ਗਿਆ ਸੀ, ਨੀਂਦ ਅਜੇ ਵੀ ਨਹੀਂ ਸੀ ਆ ਰਹੀ। ਜੀਤੀ ਦਾ ਫਿਕਰ ਕਿਤੇ ਜ਼ਹਿਨ ਵਿੱਚ ਘਰ ਕਰ ਗਿਆ ਸੀ। ਹੋਵੇ ਵੀ ਕਿਉਂ ਨਾ, ਬਾਪੂ ਜੀ ਕਹਿੰਦੇ ਹੁੰਦੇ ਸੀ, ਭਾਈ ਬੱਚਿਓ ਤੁਹਾਡੀ ਭੂਆ ਲੱਗਦੀ ਹੈ ਜੀਤੀ। ਜ਼ਿੰਦਗੀ ਦੀ ਚਾਦਰ ਤੇ ਤਕਦੀਰ ਦੇ ਕਸੀਦੇ ਕੱਢਦੀ ਜੀਤੀ ਤੇ ਫੇਰ ਉਹ ਦੌਰ ਸ਼ੁਰੂ ਹੋਇਆ ਜਿਸ ਨੂੰ ਯਾਦ ਕਰਕੇ ਵੀ ਰੂਹ ਕੰਬ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਬਾਪੂ ਜੀ ਪੂਰੇ ਹੋਏ। ਜੀਤੀ ਜਿਸ ਨੂੰ ਪਿਤਾ ਦਾ ਪਿਆਰ ਜਿੰਨਾ ਸਰਦਾਰ ਕੋਲੋਂ ਮਿਲਿਆ ਓਨਾ ਹੀ ਬਾਪੂ ਜੀ ਕੋਲੋਂ ਵੀ ਮਿਲਿਆ ਸੀ। ਜੀਤੀ ਨੇ ਰੋਂਦੀ ਨੇ ਜੱਸੀ ਨੂੰ ਕਿਹਾ ਸੀ, ਜੱਸੀ ਜਿਸ ਨੇ ਮੈਨੂੰ ਜਨਮ ਦਿੱਤਾ ਉਸ ਨੂੰ ਮੈਂ ਦੇਖਿਆ ਜ਼ਰੂਰ ਹੋਣਾ, ਪਰ ਉਹ ਮੈਨੂੰ ਯਾਦ ਨਹੀਂ। ਸਰਦਾਰ ਜੀ ਜਿਨ੍ਹਾਂ ਨੇ ਮੈਨੂੰ ਪਾਲਿਆ, ਬਾਪ ਦਾ ਪਿਆਰ ਦਿੱਤਾ, ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਇਆ, ਕਦੇ ਮਹਿਸੂਸ ਨਾ ਹੋਣ ਦਿੱਤਾ ਕਿ ਮੈਂ ਬਗਾਨੀ ਹਾਂ। ਜਦੋਂ ਉਹ ਦੁਨੀਆ ਤੋਂ ਗਏ ਤਾਂ ਮੈਨੂੰ ਦੁੱਖ ਤਾਂ ਬਹੁਤ ਲੱਗਿਆ, ਪਰ ਅਜੇ ਵੀ ਬਾਪ ਦਾ ਪਿਆਰ ਦੇਣ ਵਾਲੇ ਚਾਚਾ ਜੀ ਸਨ ਮੇਰੇ ਕੋਲ। ਪਰ ਅੱਜ ਜੱਸੀ, ਅੱਜ ਰੱਬ ਨੇ ਮੇਰੇ ਸਿਰ ਤੋਂ ਚੁੰਨੀ ਖੋਹ ਲਈ। ਚਾਚਾ ਜੀ ਬਹੁਤ ਚੰਗੇ ਸਨ। ਉਹਨਾਂ ਨੂੰ ਵੀ ਪਤਾ ਸੀ ਕਿ ਸਰਦਾਰ ਜੀ ਮੈਨੂੰ ਕਿੱਥੋਂ ਲਿਆਏ ਸੀ, ਪਰ ਮੈਨੂੰ ਦੱਸਿਆ ਕਦੇ ਨਹੀਂ। ਉਹਨਾਂ ਜਦੋਂ ਵੀ ਰਾਏਕੋਟ ਆਉਣਾ ਤਾਂ ਮੈਨੂੰ ਮਿਲਣ ਜ਼ਰੂਰ ਆਉਂਦੇ ਸੀ। ਕਈ ਵਾਰ ਬਾਪੂ ਜੀ ਘਰ ਨਾ ਹੋਣ ਤਾਂ ਮੇਰੇ ਕੋਲ ਬੈਠ ਕੇ ਮੇਰੇ ਨਾਲ ਬਹੁਤ ਗੱਲਾਂ ਕਰਕੇ ਜਾਣਾ। ਜਦੋਂ ਵੀ ਫਸਲ ਵੇਚਣ ਰਾਏਕੋਟ ਮੰਡੀ ਆਉਣਾ ਤਾਂ ਜਾਂਦੇ ਹੋਏ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ। ਰੱਬ ਨੇ ਮੇਰਾ ਅਸਲੀ ਪਿਓ ਮੇਰੇ ਤੋਂ ਬਚਪਨ ਵਿੱਚ ਹੀ ਖੋਹ ਲਿਆ। ਉਸ ਦੀ ਚੀਜ਼ ਕਦੇ ਉੱਠਦੀ ਹੈ, ਪਰ ਬਾਪੂ ਜੀ ਤੇ ਚਾਚਾ ਜੀ ਕੁਝ ਦਿਨਾਂ ਬਾਅਦ ਹੀ ਜੀਤੀ ਦੀ ਮਾਂ ਵੀ ਸਵਰਗ ਸਿਧਾਰ ਗਈ। ਮੈਂ ਆਪਣੀ ਪੜ੍ਹਾਈ ਕਰਨ ਸਿਧਾਰ ਕਾਲਜ ਲੱਗ ਗਿਆ ਤੇ ਹੋਟਲ ਵਿੱਚ ਰਹਿੰਦਾ ਸੀ। ਜੀਤੀ ਪਿੰਡ ਵਿੱਚ ਭਿੰਦੀ ਮਾਸਟਰ ਨਾਲ ਜੱਸੀ ਦਾ ਵਿਆਹ ਹੋ ਗਿਆ ਸੀ। ਮੱਗਰ ਦਾ ਡਰ ਚੱਕ ਹੋ ਗਿਆ ਸੀ। ਹੁਣ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਕਹਿੰਦੇ ਹੁਣ ਉਹ ਹੋਰ ਵੀ ਜ਼ਹਿਰੀ ਹੋ ਗਿਆ ਸੀ। ਉਸ ਦੇ ਦਿਲ ਵਿੱਚ ਲੱਗੀ ਅੱਗ ਬੁਝਣ ਦਾ ਨਾਮ ਨਹੀਂ ਸੀ ਲੈ ਰਹੀ, ਉਹ ਤਾਂ ਹੋਰ ਵੀ ਭੜਕ ਉੱਠੀ ਸੀ। ਫਿਰ ਉਹ ਸਭ ਤੋਂ ਮਾੜਾ ਦਿਨ ਚੜਿਆ। ਮਾਸਟਰ ਨੂੰ ਬੁੱਲਾ ਪੈ ਗਿਆ। ਅਧਰੰਗ ਸੁਣਨ ਵਿੱਚ ਤਾਂ ਇਹ ਵੀ ਆਇਆ ਕਿ ਮੱਗਰ ਨੇ ਹੀ ਮਾਸਟਰ ਨੂੰ ਕੁਝ ਖਵਾ ਦਿੱਤਾ ਸੀ। ਮਾਸਟਰ ਉੱਠਣ ਬੈਠਣ ਤੋਂ ਵੀ ਲਾਚਾਰ ਹੋ ਗਿਆ ਸੀ, ਬੋਲ ਵੀ ਨਹੀਂ ਸੀ ਹੁੰਦਾ। ਮਾਸਟਰ ਦੇ ਭਰਾ ਕਦੇ ਕਦਾਈ ਆ ਜਾਂਦੇ, ਉਸ ਦੀ ਖਬਰਸਾਰ ਲੈ ਜਾਂਦੇ।
ਅਚਾਨਕ ਇੱਕ ਦਿਨ ਦੁਪਹਿਰੇ ਦਰਵਾਜ਼ਾ ਖੜਕਿਆ। ਜੀਤੀ ਨੇ ਜਾ ਕੇ ਦੇਖਿਆ ਤੇ ਦਰਾਂ ਵਿੱਚ ਮੱਗਰ ਖੜਾ ਸੀ। ਭਾਬੀ ਰਹਿ ਨਾ ਹੋਇਆ, ਸੋਚਿਆ ਯਾਰ ਦੀ ਖਬਰ ਲੈ ਆਵਾਂ। ਲੋਕਾਂ ਕੋਲੋਂ ਸੁਣਿਆ ਬਿਮਾਰ ਹੋ ਗਿਆ ਮਾਸਟਰ, ਕਹਿ ਕੇ ਮੱਗਰ ਅੰਦਰ ਵੜ ਆਇਆ। ਉਸ ਦੀ ਆਵਾਜ਼ ਸੁਣ ਕੇ ਜੀਤੀ ਦੇ ਹੱਥ ਪੈਰ ਕੰਬਣ ਲੱਗ ਪਏ। ਮੱਗਰ ਤਾਂ ਅੰਦਰ ਚਲੇ ਗਿਆ। ਜੀਤੀ ਭਿੰਦੀ ਨੂੰ ਲੈ ਕੇ ਸਾਡੇ ਘਰੇ ਮੇਰੀ ਮਾਤਾ ਜੀ ਕੋਲ ਆ ਗਈ। ਜਦੋਂ ਮੱਗਰ ਉੱਠ ਕੇ ਬੀਹੀ ਵਿੱਚੋਂ ਜਾਂਦਾ ਦਿਖਿਆ ਤਾਂ ਜੀਤੀ ਘਰ ਵਾਪਸ ਗਈ। ਜਦੋਂ ਉਸਨੇ ਘਰ ਜਾ ਕੇ ਦੇਖਿਆ ਮਾਸਟਰ ਦੇ ਸਿਰਹਾਣੇ ਮੱਗਰ 100 ਦੇ ਨੋਟਾਂ ਦੀ ਥਈ ਰੱਖ ਗਿਆ ਸੀ। ਮੱਗਰ ਜਦੋਂ ਫੇਰ ਅਗਲੇ ਦਿਨ ਆਇਆ ਤਾਂ ਜੀਤੀ ਨੇ ਮੱਗਰ ਨੂੰ ਕਿਹਾ, ਮੱਗਰ ਆ ਫੜ ਆਪਣੇ ਪੈਸੇ, ਅਜੇ ਤਨਖਾਹ ਆਉਂਦੀ ਹੈ ਸਾਨੂੰ। ਰਾਏਕੋਟ ਵਾਲੀ ਜ਼ਮੀਨ ਦਾ ਮਾਮਲਾ ਵੀ ਆਉਂਦਾ, ਤੇਰੇ ਇਸ ਅਹਿਸਾਨ ਦੀ ਲੋੜ ਨਹੀਂ ਸਾਨੂੰ। ਮੱਗਰ ਜੋ ਬਹੁਤ ਲਾਲਚਾਈ ਨਜ਼ਰਾਂ ਨਾਲ ਦੇਖ ਰਿਹਾ ਸੀ ਹੱਸ ਕੇ ਬੋਲਿਆ, ਭਾਬੀ ਤੇਰੇ ਮੂੰਹੋਂ ਆਪਣਾ ਨਾਮ ਸੁਣਨ ਨੂੰ ਤਰਸ ਗਿਆ ਸੀ। ਆ ਪੈਸੇ ਮੋੜ ਕੇ ਤੇ ਤਾਂ ਦਿਲ ਹੀ ਤੋੜ ਦਿੱਤਾ ਯਾਰਾਂ ਦਾ, ਬੇਗਾਨੇ ਜੇ ਕਰ ਦਿੱਤੇ ਹਾਂ। ਮੱਗਰ ਤੈਨੂੰ ਕੀ ਪਤਾ ਆਪਣੇ ਕੌਣ ਤੇ ਬੇਗਾਨੇ ਕੌਣ ਹੁੰਦੇ ਨੇ। ਤੇਰੇ ਜੇ ਬੰਦੇ ਦੀ ਤਾਂ ਮਾਸਟਰ ਜੋ ਬੋਲ ਨਹੀਂ ਸੀ ਸਕਦਾ ਪਰ ਉਸ ਨੂੰ ਸੁਣਦਾ ਸਭ ਸੀ। ਉਸਨੇ ਮੱਗਰ ਦੀ ਜੀਤੀ ਨਾਲ ਸਾਰੀ ਗੱਲ ਸੁਣ ਲਈ। ਅੱਖਾਂ ਭਰ ਆਈਆਂ ਉਸ ਦੀਆਂ। ਉਹ ਬੇਬਸ ਪਿਆ ਜੀਤੀ ਦੀਆਂ ਕਈਆਂ ਗੱਲਾਂ ਯਾਦ ਕਰ ਰਿਹਾ ਸੀ। ਅੱਖਾਂ ਵਿੱਚੋਂ ਹੰਝੂ ਤੁਰ ਪਏ ਸਨ। ਜੀਤੀ ਨੇ ਆ ਕੇ ਚੁੰਨੀ ਦੇ ਨਾਲ ਉਸ ਦੀਆਂ ਅੱਖਾਂ ਸਾਫ਼ ਕੀਤੀਆਂ। ਮੱਗਰ ਦਾ ਇੱਕ ਦੋਸਤ ਸੀ ਸੱਜਣ। ਸ਼ਾਮ ਨੂੰ ਮੱਗਰ ਸੱਜਣ ਨਾਲ ਰੋਜ਼ ਸ਼ਰਾਬ ਪੀਂਦਾ ਸੀ। ਸੱਜਣ ਮੁਫਤ ਦੀ ਦਾਰੂ ਪੀਣ ਲਈ ਮੱਗਰ ਦੀ ਚਾਪਲੂਸੀ ਕਰਦਾ ਰਹਿੰਦਾ ਸੀ। ਮੱਗਰ ਪੈਗ ਚੁੱਕਦਾ ਬੋਲਿਆ, ਸਾਲੀ ਲੋਟ ਨਹੀਂ ਆਉਂਦੀ ਬਾਈ, ਜਦੋਂ ਸਾਹਮਣੇ ਆ ਜਾਂਦੀ ਆ ਨਾ ਕਾਲਜਾ ਲੈ ਜਾਂਦੀ ਆ ਕੱਢ ਕੇ। ਸਾਲੀ ਵਿੱਚ ਨਖਰੇ ਬਹੁਤ ਨੇ ਬਾਈ, ਬਿੱਛੂ ਬਣ ਕੇ ਲੜਦੀ ਆ ਹਿੱਕ ਤੇ। ਬਾਈ ਇੱਕ ਦਿਨ ਹੌਸਲਾ ਜਿਹਾ ਕਰਕੇ ਹੱਥ ਫੜ ਲੈ, ਦੇਖੀ ਕਿਵੇਂ ਟਿਕਦੀ, ਫੇਰ ਇਹੋ ਜਿਹੀਆਂ ਐਵੇਂ ਹੀ ਲੋਟ ਆਉਂਦੀਆਂ ਨੇ। ਸੱਜਣ ਬਲਦੀ ਵਿੱਚ ਤੇਲ ਪਾ ਰਿਹਾ ਸੀ। ਹੁਣ ਤਾਂ ਮੱਗਰ ਦਰਵਾਜ਼ਾ ਵੀ ਨਹੀਂ ਸੀ ਖੜਕਾਉਂਦਾ, ਬਸ ਸਿੱਧਾ ਅੰਦਰ ਵਾੜ ਆਉਂਦਾ ਸੀ। ਬਹੁਤ ਵਾਰ ਉਸਨੇ ਜੀਤੀ ਦਾ ਹੱਥ ਫੜਨਾ ਚਾਹਿਆ ਪਰ ਹੌਸਲਾ ਨਾ ਪਿਆ। ਅੱਜ ਫੇਰ ਮੱਗਰ ਮੌਕਾ ਤਕਾ ਕੇ ਜੀਤੀ ਦੇ ਘਰ ਵੜ ਆਇਆ। ਜੀਤੀ ਉਸ ਦੀ ਇਸ ਹਰਕਤ ਤੋਂ ਬਹੁਤ ਪਰੇਸ਼ਾਨ ਸੀ। ਉਸ ਨੂੰ ਆਪਣੀ ਬਦਨਾਮੀ ਦਾ ਡਰ ਲੱਗਿਆ ਰਹਿੰਦਾ ਸੀ। ਉਸਨੇ ਮੱਗਰ ਨੂੰ ਆਉਂਦਿਆਂ ਦੇਖ ਲਿਆ ਸੀ। ਮੱਗਰ ਸਿੱਧਾ ਉਸ ਕੋਲ ਰਸੋਈ ਵਿੱਚ ਆ ਗਿਆ। ਭਾਬੀ ਹੱਥ ਕਰ, ਮੈਂ ਤੇਰੇ ਲਈ ਕੁਝ ਲੈ ਕੇ ਆਇਆ, ਆ ਦੇਖ ਝਾਂਜਰਾਂ। ਜੀਤੀ ਜ਼ੋਰ ਦੀ ਬੋਲੀ, ਬਾਹਰ ਚੱਲ ਬਾਹਰ, ਤੈਨੂੰ ਮੈਂ ਦੱਸਦੀ ਆ। ਜੀਤੀ ਬੋਲ ਹੀ ਰਹੀ ਸੀ ਕਿ ਮੱਗਰ ਨੇ ਉਸ ਦਾ ਹੱਥ ਫੜ ਲਿਆ। ਗੁੱਸੇ ਵਿੱਚ ਆਈ ਜੀਤੀ ਦੇ ਹੱਥ ਦਾਤ ਲੱਗ ਗਿਆ। ਉਸਨੇ ਪੂਰੇ ਜ਼ੋਰ ਦੀ ਦਾਤ ਮੱਗਰ ਦੇ ਮਾਰਿਆ ਜੋ ਉਸ ਦੇ ਹੱਥ ਤੇ ਵੱਜਿਆ। 3 ਉਂਗਲਾਂ ਲਾ ਦਿੱਤੀਆਂ ਸਨ ਜੀਤੀ ਨੇ ਮੱਗਰ ਦੀਆਂ। ਬਹੁਤ ਗੁੱਸੇ ਵਿੱਚ ਸੀ ਜੀਤੀ। ਮੈਂ 2 ਮਾਵਾਂ ਦਾ ਦੁੱਧ ਪੀਤਾ, 2 ਪਿਓਾਂ ਨੇ ਮੇਰੀ ਪਰਵਰਿਸ਼ ਕੀਤੀ ਹੈ। ਤੂੰ ਸੋਚ ਵੀ ਕਿਵੇਂ ਲਿਆ, ਮੇਰੇ ਪਿਓ ਦੀ ਪਰਵਰਿਸ਼ ਵਿੱਚ ਕਿਤੇ ਫਰਕ ਰਹਿ ਗਿਆ। ਮੈਨੂੰ ਸਿਖਾਇਆ ਮੇਰੇ ਪਿਓ ਨੇ ਕਿ ਘਰ ਦੀ ਇੱਜ਼ਤ ਕੀ ਹੁੰਦੀ ਹੈ, ਆਪਣੀ ਹਿਫਾਜ਼ਤ ਕਿਵੇਂ ਕਰਨੀ ਹੈ। ਜਾ ਚਲਿਆ ਜਾ, ਨਹੀਂ ਤਾਂ ਧੌਣ ਲਾ ਕੇ ਡੱਕਰੇ ਕਰ ਦੇਵਾਂਗੀ ਤੇਰੇ। ਔਰ ਅੱਜ ਤੋਂ ਬਾਅਦ ਜੇ ਮੇਰੇ ਦਰ ਚੜਿਆ ਤਾਂ ਸਹੁੰ ਪਾਲਣ ਵਾਲੇ ਦੀ, ਤੇਰੀ ਲਾਸ਼ ਜਾਊ ਇਸ ਘਰ ਵਿੱਚੋਂ ਬਾਹਰ। ਇਕੱਠ ਹੁੰਦਾ ਦੇਖ ਮੱਗਰ ਆਪਣੇ ਬਚਾਅ ਵਿੱਚ ਝੂਠ ਬੋਲਣ ਲੱਗ ਪਿਆ। ਆਪੇ ਬੁਲਾ ਕੇ ਆਪੇ ਆ ਕੀ ਕਰ ਦਿੱਤਾ। ਉਸ ਘਟਨਾ ਤੋਂ ਬਾਅਦ ਜੋ ਵੀ ਆਵੇ ਜੀਤੀ ਤੋਂ ਇਹੋ ਸਵਾਲ ਕਰੇ, ਕੀ ਹੋ ਗਿਆ ਸੀ ਜੀਤੀ। ਲੋਕਾਂ ਜੀਤੀ ਦਾ ਬਹੁਤ ਮਾਨਸਿਕ ਸ਼ੋਸ਼ਣ ਕੀਤਾ। ਤੰਗ ਆ ਗਈ ਸੀ ਜੀਤੀ, ਚੁੱਪ ਕਰ ਗਈ ਸੀ ਉਹ। ਹੁਣ ਉਹ ਬਹੁਤ ਘੱਟ ਬੋਲਦੀ ਸੀ। ਸਾਡੇ ਘਰ ਵੀ ਆਉਣਾ ਜਾਣਾ ਛੱਡ ਗਈ ਸੀ। ਮਾਸਟਰ ਦੀ ਬਹੁਤ ਸੇਵਾ ਕੀਤੀ ਉਸਨੇ। ਉਸ ਦੀ ਸੇਵਾ ਕਰਕੇ ਬਹੁਤ ਵਰੇ ਕੱਢ ਗਿਆ ਸੀ ਮਾਸਟਰ। ਪਿੰਡ ਵਾਲੇ ਜੋ ਪਹਿਲਾਂ ਜੀਤੀ ਦਾ ਨਾਮ ਮੱਗਰ ਨਾਲ ਜੋੜਨ ਲੱਗ ਪਏ ਸੀ, ਉਸ ਦੀ ਮਾਸਟਰ ਪ੍ਰਤੀ ਵਫਾਦਾਰੀ ਦੇਖ ਬਦਲ ਗਏ ਸਨ। ਸਮਝ ਗਏ ਸਨ ਕਿ ਜੀਤੀ ਮਾੜੀ ਨਹੀਂ। ਇੱਕ ਦਿਨ ਮਾਸਟਰ ਵੀ ਰੱਬ ਨੂੰ ਪਿਆਰਾ ਹੋ ਗਿਆ। ਹੁਣ ਜੀਤੀ ਤੇ ਉਸ ਦੀ ਧੀ ਭਿੰਦੀ ਇਕੱਲਿਆਂ ਰਹਿੰਦੀਆਂ ਸਨ। ਸਮਾਂ ਲੰਘਦਾ ਗਿਆ। ਭਿੰਦੀ +2 ਕਰਕੇ ਕਾਲਜ ਜਾਣ ਲੱਗ ਪਈ ਸੀ। ਪਏ ਦੀ ਸੋਚਾਂ ਵਿੱਚ ਖੋਏ ਦੀ ਕਦੋਂ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਿਆ। ਸਾਰੀ ਰਾਤ ਨੀਂਦ ਵਿੱਚ ਵੀ ਜੀਤੀ ਨਾਲ ਪਤਾ ਨਹੀਂ ਕੀ ਗੱਲਾਂ ਕਰਦਾ ਰਿਹਾ। ਸੁਪਨੇ ਵਿੱਚ ਜੀਤੀ ਆਉਂਦੀ ਰੇਲ ਗੱਡੀ ਵੱਲ ਭੱਜ ਜਾਂਦੀ ਦਿਖੀ। ਮੈਂ ਉਸ ਦੇ ਪਿੱਛੇ ਬਹੁਤ ਭੱਜਿਆ। ਮੇਰੇ ਰੋਕਦੇ ਉਹ ਗੱਡੀ ਥੱਲੇ ਆ ਗਈ।
ਮੈਂ ਡਰ ਕੇ ਉੱਠ ਖੜਿਆ। ਫਿਰ ਘੜੀ ਵੱਲ ਦੇਖਿਆ ਤਾਂ ਸਵੇਰ ਦੇ 6 ਵਜੇ ਸਨ। ਮੈਨੂੰ ਯਾਦ ਆਇਆ ਜਦੋਂ ਮੈਂ ਕੱਲ ਜੀਤੀ ਨੂੰ ਘਰੇ ਛੱਡਣ ਗਿਆ ਸੀ ਤਾਂ ਭਿੰਦੀ ਵੀ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਸੀ ਬੋਲੀ। ਮੈਂ ਸਵੇਰ ਦਾ ਨਿਤਨੇਮ ਕਰਕੇ ਜੀਤੀ ਦੇ ਘਰ ਚਲਾ ਗਿਆ। ਅੱਜ ਕਿੰਨਾ ਉਪਰਾ ਜਿਹਾ ਡਰ ਲੱਗ ਰਿਹਾ ਸੀ। ਉਸ ਦਾ ਘਰ ਬੇਰੰਗ ਬੇਰੌਣਕਾ ਬੇਆਬਾਦ ਜਿਹਾ। ਇਹ ਕੀ ਹੋ ਗਿਆ ਸੀ ਇਸ ਘਰ ਨੂੰ? ਮੈਂ ਆਵਾਜ਼ ਮਾਰੀ ਤਾਂ ਭਿੰਦੀ ਦਰਵਾਜ਼ਾ ਖੋਲਣ ਆਈ। ਸਤਿ ਸ਼੍ਰੀ ਅਕਾਲ ਵੀਰੇ, ਭਿੰਦੀ ਬੋਲੀ। ਸਤਿ ਸ਼੍ਰੀ ਅਕਾਲ ਭੈਣੇ। ਭਿੰਦੀ ਦੇ ਮੂੰਹ ਤੇ ਵੀ ਕੋਈ ਰੌਣਕ ਨਹੀਂ ਸੀ। ਮੈਂ ਪੁੱਛਿਆ, ਭੂਆ ਜੀ ਕਿਵੇਂ ਨੇ ਹੁਣ? ਇਹ ਸਭ ਕੀ ਹੋ ਗਿਆ? ਤੁਸੀਂ ਬੈਠੋ ਵੀਰ ਜੀ, ਮੈਂ ਮੰਮੀ ਨੂੰ ਜਗਾ ਕੇ ਲਿਆਉਂਦੀ ਹਾਂ। ਭਿੰਦੀ ਅੱਖ ਦੇ ਹੰਝੂ ਸਾਫ਼ ਕਰਕੇ ਆਪਣੇ ਆਪ ਨੂੰ ਸੰਭਾਲਦੀ ਬੋਲੀ। ਅੰਦਰੋਂ ਜੀਤੀ ਨੂੰ ਜਗਾ ਕੇ ਭਿੰਦੀ ਪਾਣੀ ਦਾ ਗਲਾਸ ਲੈ ਕੇ ਆਈ ਤਾਂ ਮੈਂ ਫੇਰ ਪੁੱਛਿਆ, ਭੂਆ ਜੀ ਨੂੰ ਕੀ ਹੋ ਗਿਆ? ਵੀਰੇ, ਜਦੋਂ ਉਹਨਾਂ ਦੀ ਸੋਚ ਵੱਧ ਜਾਂਦੀ ਹੈ ਤਾਂ ਆਪੇ ਤੋਂ ਬਾਹਰ ਹੋ ਜਾਂਦੇ ਨੇ। ਅਜੇ ਭਿੰਦੀ ਆਪਣੀ ਗੱਲ ਦੱਸ ਹੀ ਰਹੀ ਸੀ ਕਿ ਅੰਦਰੋਂ ਜੀਤੀ ਆ ਕੇ ਬੋਲੀ, ਆ ਗਿਆ ਪੁੱਤ? ਮੈਨੂੰ ਪਤਾ ਸੀ ਹੋਰ ਕੋਈ ਆਵੇ ਜਾਂ ਨਾ ਆਵੇ। ਜਦੋਂ ਮੇਰੇ ਪੁੱਤ ਨੂੰ ਮੇਰੇ ਹਾਲ ਦਾ ਪਤਾ ਲੱਗਿਆ ਤਾਂ ਉਹ ਜ਼ਰੂਰ ਆਵੇਗਾ। ਸਿਰ ਪਲੋਸ ਕੇ ਉਹ ਵੀ ਕੋਲ ਆ ਕੇ ਬੈਠ ਗਈ। ਕੀ ਹੋ ਗਿਆ ਭੂਆ? ਰਾਤੀ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ। ਮੈਂ ਸਵਾਲ ਕਰਦੇ ਨੇ ਪੁੱਛਿਆ। ਕੀ ਦੱਸਾਂ ਪੁੱਤ, ਜਿਸ ਬਾਗ ਦਾ ਮਾਲੀ ਨਹੀਂ ਹੁੰਦਾ ਉਸ ਬਾਗ ਦੇ ਪਰਿੰਦੇ ਵੀ ਵਹਿਸ਼ੀ ਹੋ ਜਾਂਦੇ ਨੇ। ਪੁੱਤ, ਇਸ ਦੁਨੀਆ ਵਿੱਚ ਕੋਈ ਇਕੱਲਾ ਨਾ ਹੋਵੇ, ਲੋਕ ਬਹੁਤ ਫਾਇਦਾ ਚੱਕਦੇ ਨੇ। ਕੀ ਹੋ ਗਿਆ ਭੂਆ? ਮੈਂ ਜਲਦੀ ਦੇਣੀ ਪੁੱਛਿਆ। ਪੁੱਤ, 2 ਮਹੀਨੇ ਪਹਿਲਾਂ ਰਾਏਕੋਟ ਵਾਲਾ ਨਾਈ ਆਇਆ ਤੇ ਕਹਿਣ ਲੱਗਾ ਕਿ ਵਲੈਤ ਤੋਂ ਕੋਈ ਮੁੰਡਾ ਛੁੱਟੀਆਂ ਆਇਆ ਹੋਇਆ। ਅਖੇ ਉਹਨੇ ਆਪਣੀ ਭਿੰਦੀ ਦੇਖੀ ਹੈ ਕਾਲਜ ਜਾਂਦੀ। ਅਖੇ ਉਸ ਨੂੰ ਬਹੁਤ ਪਸੰਦ ਹੈ। ਜੇ ਤੁਸੀਂ ਹਾਂ ਕਰੋ ਤਾਂ ਮੈਂ ਅੱਗੇ ਗੱਲ ਤੋਰਾਂ। ਮੈਂ ਬਹੁਤ ਸੋਚਿਆ। ਫਿਰ ਮੈਂ ਕਿਹਾ ਕਿ ਸਾਡਾ ਹੋਰ ਤਾਂ ਕੋਈ ਹੈ ਨਹੀਂ। ਇਸ ਦੇ ਮਾਮਿਆਂ ਦਾ ਪਰਿਵਾਰ ਵੀ ਤਾਂ ਵਲੈਤ ਵਿੱਚ ਹੈ। ਚਲੋ ਇਸੇ ਬਹਾਨੇ ਵੀ ਆਪਣਿਆਂ ਕੋਲ ਚਲੇ ਜਾਵੇਗੀ। ਮੈਂ ਲਾਲਚ ਵਿੱਚ ਆਈ ਤੇ ਹਾਂ ਕਰ ਦਿੱਤੀ। ਜੀਤੀ ਮੱਥੇ ਤੇ ਹੱਥ ਮਾਰਦੀ ਬੋਲੀ, ਉਹ ਤਾਂ ਕੁਝ ਕੁ ਦਿਨਾਂ ਬਾਅਦ ਭਿੰਦੀ ਨੂੰ ਸ਼ਗਨ ਪਾਉਣ ਆ ਗਏ। ਨਾਈ ਕਹਿਣ ਲੱਗਾ, ਭੈਣ ਜੀ, ਪਿੰਡ ਵਾਲਿਆਂ ਕੋਲ ਗੱਲ ਕਰਨ ਦੀ ਲੋੜ ਨਹੀਂ। ਦੁਨੀਆ ਕਿੱਥੇ ਜਰਦੀ ਐ, ਐਵੇਂ ਕੋਈ ਭਾਨੀ ਮਾਰ ਦਿਓ। ਦੇਖਣ ਨੂੰ ਤਾਂ ਬੰਦੇ ਬਹੁਤ ਚੰਗੇ ਸੀ। ਮੈਂ ਬਹੁਤ ਖੁਸ਼ ਹੋਈ। ਲੰਮਾ ਹੌਕਾ ਭਰ ਕੇ ਅੱਗੇ ਉਹ ਬੋਲੀ। ਥੋੜੇ ਦਿਨਾਂ ਬਾਅਦ ਗੁਰਦੁਆਰਾ ਬੁਲਾ ਕੇ ਲਾਵਾਂ ਪੜਾ ਦਿੱਤੀਆਂ। ਬਹੁਤ ਸਾਦਾ ਵਿਆਹ ਹੋ ਗਿਆ। ਮੈਂ ਤਾਂ ਸਿਰਫ ਸ਼ਗਨਾਂ ਦਾ ਜੋੜਾ ਲੈ ਕੇ ਦਿੱਤਾ। ਸਭ ਖਰਚਾ ਮੁੰਡੇ ਵਾਲਿਆਂ ਨੇ ਕੀਤਾ। ਮੈਂ ਕਿਹਾ, ਭਿੰਦੀ ਦੇ ਇੰਨੇ ਚੰਗੇ ਨਸੀਬ। ਇਹ ਕਹਿ ਕੇ ਜ਼ੋਰ ਦੀ ਰੋਣ ਲੱਗ ਪਈ ਜੀਤੀ। ਭਿੰਦੀ ਉੱਠ ਕੇ ਅੰਦਰ ਚਲੀ ਗਈ। ਫੇਰ ਕੀ ਹੋਇਆ? ਮੈਂ ਡਰੇ ਨੇ ਪੁੱਛਿਆ। ਉਹ ਪੁੱਤ, ਕਦੇ ਅੱਕ ਨੂੰ ਵੀ ਅੰਬ ਲੱਗੇ ਨੇ? ਮੇਰਾ ਕੁਲੈਣੀ ਦਾ ਪਰਛਾਵਾਂ ਪੈ ਗਿਆ ਇਸ ਦੀਆਂ ਖੁਸ਼ੀਆਂ ਤੇ। ਉਹ ਤਾਂ ਮਹੀਨਾ ਸਾਰਾ ਮੇਰੀ ਬੱਚੀ ਨਾਲ ਹੱਸ ਖੇਡ ਕੇ ਵਾਪਸ ਚਲੇ ਗਿਆ। ਜਿਸ ਦਿਨ ਦਾ ਗਿਆ ਹੈ ਨਾ ਕੋਈ ਚਿੱਠੀ ਨਾ ਫੋਨ ਆਇਆ ਉਸ ਦਾ। ਉਹ ਜਿਹੜਾ ਨੰਬਰ ਦੇ ਗਿਆ ਸੀ, ਜਦੋਂ ਅਸੀਂ ਇਧਰੋਂ ਕਰਦੇ ਹਾਂ ਤਾਂ ਮਸ਼ੀਨ ਬੋਲਦੀ ਹੈ ਕਿ ਇਹ ਗਲਤ ਨੰਬਰ ਹੈ। ਓਏ, ਮੈਂ ਤਾਂ ਲੁੱਟੀ ਗਈ ਪੁੱਤ। ਕੁਝ ਵੀ ਸਮਝ ਨਹੀਂ ਲੱਗਦੀ। ਇਸ ਦੇ ਮਾਮਿਆਂ ਨੂੰ ਕਿਹਾ ਪਤਾ ਕਰਨ ਲਈ। ਉਹ ਕਹਿੰਦੇ ਤੇ ਸਾਨੂੰ ਸੱਦਿਆ ਸੀ ਵਿਆਹ ਵਿੱਚ, ਜੋ ਹੁਣ ਅਸੀਂ ਇੱਥੇ ਲੱਭਦੇ ਫਿਰੀਏ। ਪੁੱਤ, ਮੈਂ ਲਾਲਚ ਵਸ ਕਿਸੇ ਦੀ ਵੀ ਰਾਏ ਨਹੀਂ ਲਿੱਤੀ। ਹੁਣ ਕੀ ਕਰਾਂ? ਮੈਂ ਕਿੱਧਰ ਜਾਵਾਂ? ਮੈਂ ਤਾਂ ਆਪਣੀ ਧੀ ਦੀ ਜ਼ਿੰਦਗੀ ਰੋਲ ਦਿੱਤੀ। ਹਾਏ ਓਏ। ਜੀਤੀ ਨੂੰ ਚੁੱਪ ਕਰਾਉਂਦਾ ਮੈਂ ਸੋਚ ਰਿਹਾ ਸੀ ਕਿ ਖੌਰੇ ਹੋਰ ਕਿਹੜਾ ਦੁੱਖ ਬਾਕੀ ਲਿਖਿਆ ਜੀਤੀ ਦੀ ਤਕਦੀਰ ਵਿੱਚ। ਮੈਂ ਕੁਝ ਦੇਰ ਬਾਅਦ ਜੀਤੀ ਨਾਲ ਵਾਅਦਾ ਕਰਕੇ ਉੱਠ ਗਿਆ ਆ। ਮੈਂ ਦੇਖਦਾ ਭੂਆ, ਮੈਂ ਜੇ ਕੁਝ ਕਰ ਸਕਦਾ ਹੋਇਆ। ਘਰ ਨੂੰ ਤੁਰੇ ਜਾਂਦੇ ਨੂੰ ਬਹੁਤ ਤਰਸ ਆ ਰਿਹਾ ਸੀ ਜੀਤੀ ਤੇ। ਅੱਜ ਐਤਵਾਰ ਹੈ। ਮੈਂ ਘਰ ਜਾ ਕੇ ਬਹੁਤ ਸੋਚਿਆ। ਫਿਰ ਮੈਂ ਹੁਣੇ ਪੁਲਿਸ ਵਿੱਚ ਥਾਣੇਦਾਰ ਭਰਤੀ ਹੋਏ ਜਗਦੀਸ਼ ਸਿੰਘ ਮੇਰੇ ਦੋਸਤ ਕੋਲ ਗਿਆ। ਉਸ ਨੂੰ ਜਾ ਕੇ ਸਾਰੀ ਰਾਮ ਕਹਾਣੀ ਸੁਣਾਈ। ਉਸ ਨੇ ਦੱਸਿਆ ਕਿ ਆਪਣੇ ਲੋਕ ਬਾਹਰੋਂ ਆਏ ਮੁੰਡੇ ਦੇ ਲਾਲਚ ਵਿੱਚ ਖੋਕ ਪੜਤਾਲ ਵੀ ਨਹੀਂ ਕਰਦੇ। ਬਾਹਰ ਦੇ ਲਾਲਚ ਵਿੱਚ ਫਸ ਕੇ ਧੋਖਾ ਖਾਏ ਲੋਕ ਰੋਜ਼ ਹੀ ਆਉਂਦੇ ਨੇ। ਉਸ ਨੇ ਦੱਸਿਆ ਕਿ ਪੰਜਾਬ ਤਾਂ ਹਨੀਮੂਨ ਡੈਸਟੀਨੇਸ਼ਨ ਬਣ ਚੁੱਕਿਆ ਹੈ। ਮੁੰਡੇ ਆਉਂਦੇ ਨੇ, ਮਨਪਸੰਦ ਕੁੜੀ ਵਿਆਹੁੰਦੇ ਨੇ ਤੇ 4 ਦਿਨ ਮौज ਮਸਤੀ ਕਰਕੇ ਉਹ ਗਏ। ਕਈ ਵਿਚਾਰੀਆਂ ਤਾਂ ਜਵਾਕ ਚੁੱਕੀ ਫਿਰਦੀਆਂ ਨੇ। ਪੁਲਿਸ ਦੇ ਅਖਤਿਆਰ ਵਿੱਚ ਵੀ ਨਹੀਂ ਪਰਦੇਸ ਜਾ ਕੇ ਬੰਦਾ ਲੱਭਣਾ।
ਹਾਂ, ਪਰ ਜੇ ਮੁੰਡਾ ਦੁਬਾਰਾ ਇੱਧਰ ਆ ਜਾਵੇ ਫਿਰ ਮੋਰ ਬਣਾ ਦੇਵਾਂਗੇ ਬੱਚੂ ਦਾ। ਪੱਲਾ ਜਿਹਾ ਝਾੜਦਾ ਲੱਗਿਆ ਮੈਨੂੰ ਮੇਰਾ ਦੋਸਤ, ਉਹ ਵੀ ਪੁਲਿਸ ਦੀ ਬੋਲੀ ਬੋਲਦਾ ਲੱਗਿਆ। ਪਰ ਮੈਂ ਹਾਰ ਮੰਨਣ ਵਾਲਾ ਨਹੀਂ ਸੀ। ਜਿਵੇਂ ਜਿਵੇਂ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਸੀ, ਹਰ ਕੋਈ ਨਵੀਂ ਦੰਦ ਕਥਾ ਬਣਾ ਰਿਹਾ ਸੀ। ਮਦਦ ਤਾਂ ਕੀ ਕਰਨੀ ਸੀ ਜੀਤੀ ਤੋਂ। ਜੀਤੀ ਵਲੈਤਣ ਨਾਮ ਧਰ ਦਿੱਤਾ ਸੀ ਕਰਮਾ ਮਾਰੀ ਦਾ। ਇਹ ਕਿਹੜੇ ਮੱਕੜ ਜਾਲ ਵਿੱਚ ਫਸ ਗਈ ਸੀ ਜੀਤੀ। ਇੱਜ਼ਤਾਂ ਦੀ ਕਦਰੋਂ ਕੀਮਤ ਜਾਣਨ ਵਾਲੀ ਨੇ ਆਪਣੀ ਇੱਜ਼ਤ ਆਬਰੂ ਦਾ ਆਪੇ ਫੀਤਾ ਕਰਵਾ ਲਿਆ ਸੀ। ਇਹ ਕਿਸ ਤਰ੍ਹਾਂ ਦੀ ਹੋਛੀ ਚਾਲ ਖੇਡ ਗਿਆ ਸੀ, ਕੋਈ ਇਸ ਦਾ ਕੋਈ ਸਿਰਾ ਨਹੀਂ ਸੀ ਲੱਭ ਰਿਹਾ। ਮੈਂ ਇਹ ਪੂਰੀ ਕਹਾਣੀ ਸੁਣ ਕੇ ਸੁੰਨ ਹੋ ਗਿਆ ਸੀ। ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਹੈ? ਧੀਆਂ ਭੈਣਾਂ ਤਾਂ ਘਰ ਘਰ ਹੁੰਦੀਆਂ ਨੇ। ਇਹ ਕੌਣ ਲੋਕ ਹਨ ਜੋ ਦੂਜੇ ਦੀਆਂ ਜਜ਼ਬਾਤਾਂ ਨੂੰ ਟਿੱਚ ਸਮਝਦੇ ਹਨ? ਮੈਂ ਅੰਦਰ ਤੱਕ ਹਲੂਣਿਆ ਗਿਆ ਸੀ। ਚਾਹ ਕੇ ਵੀ ਮੈਂ ਕੁਝ ਨਹੀਂ ਕਰ ਪਾ ਰਿਹਾ ਸੀ। ਹੁਣ ਕਿਤੋਂ ਤਾਂ ਸ਼ੁਰੂ ਹੋਣਾ ਸੀ। ਸਭ ਤੋਂ ਪਹਿਲਾਂ ਮੈਂ ਰਾਏਕੋਟ ਵਾਲੇ ਨਾਈ ਕੋਲ ਗਿਆ। ਉਸਨੇ ਦੱਸਿਆ, ਬਾਈ ਜੀ ਉਹ ਤਾਂ ਇੱਥੇ ਕਿਰਾਏ ਦੇ ਮਕਾਨ ਵਿੱਚ ਰੁਕੇ ਹੋਏ ਸੀ। ਮੁੰਡੇ ਦੇ ਮਾਂ-ਬਾਪ ਵੀ ਨਾਲ ਸਨ ਮੁੰਡੇ ਦੇ। ਉਹਨਾਂ ਮੈਨੂੰ 50,000 ਰੁਪਏ ਦਿੱਤੇ ਸਨ ਇਹ ਰਿਸ਼ਤਾ ਕਰਵਾਉਣ ਬਦਲੇ, ਤੇ ਮੈਂ ਰਿਸ਼ਤਾ ਕਰਵਾ ਦਿੱਤਾ ਬਗੈਰ ਕੋਈ ਪੁੱਛ-ਗਿੱਛ ਕਰਿਆ। ਮੈਂ ਗੁੱਸੇ ਭਰੇ ਆਵਾਜ਼ ਵਿੱਚ ਬੋਲਿਆ, ਤੇ ਹੁਣ ਉਹ ਗੱਲ ਵੀ ਨਹੀਂ ਸੀ ਕਰ ਰਹੇ। ਜ਼ਿੰਮੇਵਾਰ ਕਿਸ ਦੀ ਬਣਦੀ ਹੈ ਮਸਲਾ ਹੱਲ ਕਰਨ ਦੀ? ਸਭ ਨੂੰ ਅੰਦਰ ਕਰਵਾਓ। ਤੈਨੂੰ ਦੱਸੂ ਬਾਈ ਵਿਚੋਲਗਿਰੀ ਕਿਵੇਂ ਕਰੀਦੀ? ਮੈਂ ਸੋਚਿਆ ਸ਼ਾਇਦ ਡਰ ਕੇ ਹੀ ਕੁਝ ਦੱਸ ਦੇਵੇ। ਮਾਸਟਰ ਜੀ ਮੈਨੂੰ ਸੱਚੀ ਕੁਝ ਨਹੀਂ ਪਤਾ। ਮੈਂ ਤਾਂ ਆਪਣੇ ਜਾਣੇ ਭਲਾ ਕਰਿਆ ਸੀ, ਨਾਈ ਕੰਬਦੀ ਆਵਾਜ਼ ਵਿੱਚ ਬੋਲਿਆ। ਹੁਣ ਕੀ ਕਰਾਂ, ਕੁਝ ਸਮਝ ਨਹੀਂ ਸੀ ਆ ਰਿਹਾ। ਫਿਰ ਦਿਮਾਗ ਵਿੱਚ ਆਇਆ ਕਿ ਫੋਟੋਗ੍ਰਾਫ ਕੋਲ ਜਾਇਆ ਜਾਵੇ ਜਿਸ ਨੇ ਵਿਆਹ ਦੀਆਂ ਫੋਟੋਆਂ ਖਿੱਚੀਆਂ ਸਨ। ਛੋਟੇ ਵੀਰ ਜੀਤੀ ਦੀ ਬੇਟੀ ਦੇ ਵਿਆਹ ਦੀਆਂ ਫੋਟੋਆਂ ਚਾਹੀਦੀਆਂ ਨੇ। ਮੈਂ ਜਾ ਕੇ ਪਿਆਰ ਨਾਲ ਕਿਹਾ। ਉਹ ਐਲਬਮ ਤਾਂ ਬੱਚੇ ਆ ਕੇ ਲੈ ਗਏ ਸਨ। ਫੋਟੋਗ੍ਰਾਫ ਬੋਲਿਆ, ਹਾਂਜੀ ਉਹ ਨਾ ਬੇਟਾ ਨਾਲ ਲੈ ਗਿਆ, ਸਾਨੂੰ ਵੀ ਚਾਹੀਦੀਆਂ ਸਨ, ਅਸੀਂ ਵੀ ਰਿਸ਼ਤੇਦਾਰੀ ਵਿੱਚ ਵਿਖਾਉਣੀਆਂ ਨੇ। ਮੈਂ ਜਵਾਬ ਦਿੱਤਾ, ਮੈਂ ਤੁਹਾਨੂੰ ਫੋਟੋਆਂ ਜ਼ਰੂਰ ਦੇ ਦਿੰਦਾ, ਪਰ ਉਹ ਤਾਂ ਤੁਹਾਡੇ ਜਵਾਈ ਨੇ ਆ ਕੇ ਡਿਲੀਟ ਕਰ ਦਿੱਤੀਆਂ। ਉਸਨੇ ਜਵਾਬ ਦਿੱਤਾ। ਇਹ ਜਵਾਬ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ। ਹੁਣ ਮੈਨੂੰ ਲੱਗ ਰਿਹਾ ਸੀ ਕਿ ਇਹ ਸਭ ਸੋਚੀ ਸਮਝੀ ਚਾਲ ਹੈ। ਮੈਨੂੰ ਪਰੇਸ਼ਾਨ ਦੇਖ ਕੇ ਫੋਟੋਗ੍ਰਾਫ ਬੋਲਿਆ, ਕੀ ਗੱਲ ਹੋ ਗਈ, ਬੜੇ ਪਰੇਸ਼ਾਨ ਲੱਗ ਰਹੇ ਹੋ? ਜਦੋਂ ਉਸ ਲੜਕੇ ਨੇ ਆ ਕੇ ਮੈਨੂੰ ਕਿਹਾ ਕਿ ਸਾਰੀਆਂ ਫੋਟੋਆਂ ਸਾਰੀ ਜਗ੍ਹਾ ਤੋਂ ਡਿਲੀਟ ਕਰ ਦੇਵੇ, ਮੈਨੂੰ ਸ਼ੱਕ ਹੋ ਗਿਆ ਸੀ ਕਿ ਕੋਈ ਗੱਲ ਜ਼ਰੂਰ ਹੈ। ਉਹ ਕੋਲ ਖੜ ਕੇ ਕੰਪਿਊਟਰ ਵਿੱਚੋਂ ਸਾਰੀਆਂ ਫੋਟੋਆਂ ਸਾਫ਼ ਕਰਵਾ ਕੇ ਗਿਆ। ਪਰ ਅਸੀਂ ਸਾਰਾ ਡਾਟਾ ਇੱਕ ਨਹੀਂ 2 ਜਗ੍ਹਾ ਸਟੋਰ ਰੱਖਦੇ ਹਾਂ, ਦੂਜੇ ਦਾ ਉਸ ਨੂੰ ਪਤਾ ਨਹੀਂ ਸੀ। ਖੜੋ, ਮੈਂ ਤੁਹਾਨੂੰ ਸਾਰੀਆਂ ਫੋਟੋਆਂ ਦੀ CD ਬਣਾ ਕੇ ਦਿੰਦਾ ਹਾਂ। ਫੋਟੋਗ੍ਰਾਫ ਮਦਦ ਕਰਨ ਦੀ ਨੀਅਤ ਨਾਲ ਬੋਲਿਆ। ਮੈਂ ਘਰ ਆ ਕੇ ਭਿੰਦੀ ਨੂੰ ਨਾਲ ਬਿਠਾ ਕੇ ਇੱਕ ਫੋਟੋ ਕੰਪਿਊਟਰ ਤੇ ਦੇਖ ਰਿਹਾ ਸੀ। ਭਿੰਦੀ ਫੋਟੋਆਂ ਦੇਖ ਕਦੇ ਰੋਣ ਲੱਗ ਜਾਂਦੀ, ਕਦੇ ਚੁੱਪ ਕਰ ਜਾਂਦੀ। ਬਹੁਤੇ ਰਿਸ਼ਤੇਦਾਰਾਂ ਦਾ ਤਾਂ ਉਸ ਨੂੰ ਵੀ ਪਤਾ ਨਹੀਂ ਸੀ ਕਿ ਉਹ ਕੌਣ ਹਨ। ਥੋੜੀ ਦੇਰ ਬਾਅਦ ਉਹ ਫੋਟੋਆਂ ਸ਼ੁਰੂ ਹੋ ਗਈਆਂ ਜਿਹੜੀਆਂ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦੇ ਘਰ ਦੀਆਂ ਸਨ। ਭਿੰਦੀ ਬੋਲੀ, ਵੀਰੇ ਇਹ ਫੋਟੋਆਂ ਤਾਂ ਮੈਂ ਵੀ ਨਹੀਂ ਸੀ ਦੇਖੀਆਂ। ਅਸੀਂ ਫੋਟੋਆਂ ਦੇਖ ਰਹੇ ਸੀ ਕਿ ਇੱਕ ਫੋਟੋ ਵਿੱਚ ਖੜਾ ਬਜ਼ੁਰਗ ਕੁਝ ਜਾਣਿਆ ਪਹਿਚਾਣਿਆ ਲੱਗਿਆ। ਇਹ ਤਾਂ ਆਪਣੇ ਪਿੰਡ ਵਾਲਾ ਸੱਜਣ ਆ, ਮੱਗਰ ਦਾ ਦੋਸਤ। ਇਹ ਇੱਥੇ ਕੀ ਕਰ ਰਿਹਾ ਹੈ? ਉਸ ਦੇ ਨਾਲ ਖੜੇ ਬੰਦੇ ਦੀ ਸਿਰਫ ਬਾਂਹ ਦੀ ਫੋਟੋ ਆਈ ਹੋਈ ਸੀ। ਜਦੋਂ ਫੋਟੋ ਵੱਡੀ ਕਰਕੇ ਦੇਖੀ ਤਾਂ ਪਤਾ ਚੱਲਿਆ ਉਹ ਤਾਂ ਮੱਗਰ ਦੀ ਬਾਂਹ ਸੀ, ਕਿਉਂਕਿ ਜਦੋਂ ਦਾ ਜੀਤੀ ਨੇ ਉਸ ਦਾ ਹੱਥ ਵੱਢਿਆ ਸੀ ਉਹ ਹੱਥ ਤੇ ਰੁਮਾਲ ਲਪੇਟ ਕੇ ਰੱਖਦਾ ਸੀ। ਹੁਣ ਮੈਨੂੰ ਸਮਝ ਆ ਗਿਆ ਸੀ ਕਿ ਇਹ ਸਭ ਮੱਗਰ ਦਾ ਕਰਿਆ ਧਰਿਆ ਹੋਇਆ ਹੈ। ਮੈਂ ਭਿੰਦੀ ਨੂੰ ਕਿਹਾ ਕਿ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ। ਮੈਂ ਇਹ ਸਾਰੀ ਗੱਲ ਸ਼ੁਰੂ ਤੋਂ ਆਪਣੇ ਥਾਣੇਦਾਰ ਦੋਸਤ ਨੂੰ ਦੱਸੀ। ਉਸਨੇ ਕਿਹਾ ਕਿ ਮੈਂ CD ਲੈ ਕੇ ਉਸ ਕੋਲ ਸਵੇਰੇ ਥਾਣੇ ਵਿੱਚ ਆਵਾਂ। 2 ਸਿਪਾਹੀ ਭੇਜ ਪਿੰਡ ਤੋਂ ਸੱਜਣ ਵੀ ਬੁਲਵਾ ਲਿਆ ਸੀ ਥਾਣੇ ਵਿੱਚ। ਥਾਣੇਦਾਰ ਆਪ ਆਈ। ਸੱਜਣ ਤੂੰ ਹੀ ਹੈ? ਸੱਜਣ ਜੀ ਹਜੂਰ। ਥਾਣੇਦਾਰ, ਬੜੇ ਵਿਆਹ ਖਾ ਹੋ ਰਹੇ ਨੇ ਅੱਜ ਕੱਲ। ਸੱਜਣ ਜੀ, ਸੁੱਖ ਨਾਲ ਰਿਸ਼ਤੇਦਾਰੀ ਭਾਰੀ ਹੈ। ਥਾਣੇਦਾਰ, ਉਹ ਰਾਏਕੋਟ ਵਾਲੇ ਪਰਦੇਸੀਆਂ ਨਾਲ ਕਿਹੜੀ ਰਿਸ਼ਤੇਦਾਰੀ ਪੈਂਦੀ ਤੇਰੀ? ਸੱਜਣ ਜੀ, ਮੈਂ ਸਮਝਿਆ ਨਹੀਂ, ਕਿੰਨਾਂ ਦੀ ਗੱਲ ਕਰਦੇ ਹੋ? ਥਾਣੇਦਾਰ, ਜਿਨ੍ਹਾਂ ਦੀ ਜੰਜ ਜੀਤੀ ਦੇ ਘਰ ਆਈ ਸੀ। ਸੱਜਣ,
ਘਬਰਾਹਟ ਵਿੱਚ ਜੀ ਮੈਂ ਨਹੀਂ ਜਾਣਦਾ ਕਿਸੇ ਨੂੰ। ਥਾਣੇਦਾਰ ਦੇਖ ਬਾਬਾ ਫੇਰ ਨਾ ਕਹੀਂ ਉਮਰ ਦੀ ਲਿਹਾਜ਼ ਨਹੀਂ ਰੱਖੀ। ਮੁੱਦਾ ਪਾ ਕੇ ਜਦੋਂ ਪਟੇ ਮਾਰੇ ਨਾ ਸਾਹ ਸਾਹ ਕਰਨ ਲਾ ਦਿਉ। ਸੱਜਣ ਦੇ ਮੂੰਹ ਦਾ ਰੰਗ ਉੱਡ ਗਿਆ ਥਾਣੇਦਾਰ ਦੀ ਗੱਲ ਸੁਣ ਕੇ। ਸੱਜਣ ਮਾਲਕ ਮੈਂ ਹੋ ਜਨਾਬ ਕੁਝ ਵੀ ਕਰ ਸਕਦੇ ਹੋ, ਪਰ ਮੈਂ ਜੀਤੀ ਕੇ ਵਿਆਹ ਵਿੱਚ ਨਹੀਂ ਗਿਆ, ਨਾ ਹੀ ਮੈਂ ਕਿਸੇ ਨੂੰ ਜਾਣਦਾ। ਥਾਣੇਦਾਰ ਆ ਦੇਖ ਆ ਫੋਟੋ ਤੇਰੀ ਹੀ ਹੈ। ਸੱਜਣ ਹਾਂ ਜਨਾਬ। ਥਾਣੇਦਾਰ ਬਾਕੀ ਤਸਵੀਰ ਤੋਂ ਕਾਗਜ਼ ਪਰੇ ਕਰਦਾ ਹੋਇਆ। ਥਾਣੇਦਾਰ ਫੇਰ ਆਹ ਭਿੰਦੀ ਦੇ ਸਹੁਰੇ ਨਾਲ ਕੀ ਮਾਂ? ਸੱਜਣ ਮਾਫ ਕਰ ਦਿਓ ਜਨਾਬ, ਉਹ ਤਾਂ ਮੈਂ ਮੇਰੇ ਯਾਰ ਮੱਗਰ ਨਾਲ ਉੱਥੇ ਗਿਆ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ਗਨ ਫੜਾਉਣ, ਫੇਰ ਅਸੀਂ ਵਿਆਹ ਵਿੱਚ ਨਹੀਂ ਗਏ। ਇਹ ਸਭ ਮੱਗਰ ਦਾ ਕਰਿਆ ਹੋਇਆ ਹੈ ਜਨਾਬ, ਮੈਨੂੰ ਮਾਫ ਕਰ ਦਿਓ, ਮੈਂ ਕੁਝ ਨਹੀਂ ਕੀਤਾ। ਜਦੋਂ ਦਾ ਜੀਤੀ ਨੇ ਮੱਗਰ ਦਾ ਹੱਥ ਵੱਢਿਆ, ਮੱਗਰ ਹਮੇਸ਼ਾ ਬਦਲਾ ਲੈਣ ਦੀਆਂ ਗੱਲਾਂ ਕਰਦਾ ਹੁੰਦਾ ਸੀ। ਕਹਿੰਦਾ ਹੁੰਦਾ ਸੀ ਬਾਈ ਜਦੋਂ ਵੀ ਟੁੰਡ ਦੇਖਦਾ ਨਾ ਬਹੁਤ ਤਕਲੀਫ ਹੁੰਦੀ ਹੈ, ਮੈਨੂੰ ਵੀ ਜੱਟ ਦਾ ਪੁੱਤ ਨਾ ਜਾਣੀ, ਐਸੀ ਮਾਰ ਮਾਰੂ ਸਾਲੀ ਨੂੰ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ ਛੱਡਣਾ। ਫਿਰ ਉਸੇ ਨੇ ਰਿਸ਼ਤੇਦਾਰੀ ਵਿੱਚੋਂ ਵਲੈਤੀਏ ਬੁਲਾਏ। ਉਸੇ ਨੇ ਜਾਣ ਬੁੱਝ ਕੇ ਰਾਏਕੋਟ ਵਾਲੇ ਨਾਈ ਨੂੰ ਵਿਚੋਲਾ ਬਣਾ ਕੇ ਦੋਹਾਂ ਪਾਸੇ ਗੱਲ ਚਲਵਾਈ। ਨਾਈ ਨੂੰ ਕਿਹਾ ਇਹ ਵਿਆਹ ਕਿਵੇਂ ਨਾ ਕਿਵੇਂ ਕਰਵਾਉਣਾ, ਪਰ ਖਬਰਦਾਰ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਸਾਰੀ ਗੱਲਬਾਤ ਪਿੱਛੇ ਕੌਣ ਹੈ। ਉਸਨੇ ਨਾਈ ਨੂੰ 50,000 ਦੇਣਾ ਕਰਿਆ ਸੀ। ਵਿਆਹ ਹੋਣ ਤੋਂ ਬਾਅਦ ਉਸੇ ਨੇ ਮੁੰਡੇ ਤੇ ਉਸਦੇ ਘਰਦਿਆਂ ਨੂੰ ਇਹ ਕਹਿ ਕੇ ਭੜਕਾਇਆ, ਲੈ ਇਹ ਕਿੱਥੋਂ ਰਿਸ਼ਤਾ ਕਰ ਲਿਆ, ਇਹ ਕੋਈ ਖਾਨਦਾਨੀ ਲੋਕ ਨੇ। ਪਹਿਲਾਂ ਤਾਂ ਮਾਂ ਕਈਆਂ ਨਾਲ ਮਾੜੀ ਸੀ, ਧੀ ਵੀ ਘੱਟ ਨਹੀਂ। ਮੈਂ ਬਹੁਤ ਰੋਕਿਆ ਮੱਗਰ ਨੂੰ, ਮੱਗਰ ਵੀਰ ਦੇਖ ਤੇਰੀ ਦੁਸ਼ਮਣੀ ਜੀਤੀ ਨਾਲ ਹੈ, ਉਸ ਕੰਨਿਆ ਨੇ ਤੇਰਾ ਕੀ ਵਿਗਾੜਿਆ, ਬਾਈ ਰਹਿਣ ਦੇ, ਇਹ ਪਾਪ ਨਾ ਕਰ। ਗਊ ਗਰੀਬ ਜਾਂ ਦੁਰ ਅਸੀਸ ਨਹੀਂ ਲਈਦੀ। ਦੁਸ਼ਮਣੀ ਦੀ ਅੱਗ ਵਿੱਚ ਉਸਨੇ ਮੇਰੀ ਇੱਕ ਨਾ ਸੁਣੀ। ਮੇਰੀ ਸਾਰੀ ਉਮਰ ਲੰਘ ਗਈ ਸੀ ਮੱਗਰ ਦੀ ਹਾਂ ਵਿੱਚ ਹਾਂ ਮਿਲਾਉਂਦੇ, ਪਰ ਇਸ ਗੱਲ ਤੋਂ ਮਨ ਬਹੁਤ ਦੁਖੀ ਹੋਇਆ ਸੀ। ਸਾਡੇ ਵੀ ਘਰ ਧੀਆਂ ਭੈਣਾਂ ਹਨ। ਫਿਰ ਮੈਂ ਆਪ ਜਾ ਕੇ ਮੁੰਡੇ ਨੂੰ ਮਿਲਿਆ। ਉਹਨਾਂ ਦੇ ਵਾਪਸ ਮੁੜਨ ਤੋਂ ਪਹਿਲਾਂ ਮੈਂ ਉਸ ਨੂੰ ਕਿਹਾ ਕਿ ਮੱਗਰ ਸਭ ਝੂਠ ਬੋਲ ਰਿਹਾ, ਇਹੋ ਜਿਹੀ ਕੋਈ ਗੱਲ ਨਹੀਂ, ਪਰ ਉਸਨੇ ਮੇਰੀ ਇੱਕ ਨਾ ਸੁਣੀ। ਬਦਲ ਤਾਂ ਉਹ ਉਦੋਂ ਹੀ ਗਏ ਸਨ ਜਦੋਂ ਭਿੰਦੀ ਨੂੰ ਜਾਣ ਤੋਂ ਪਹਿਲਾਂ ਘਰ ਛੱਡ ਕੇ ਗਏ ਸਨ। ਥਾਣੇਦਾਰ ਜਾਓ ਓਏ ਮੱਗਰ ਨੂੰ ਚੁੱਕ ਕੇ ਲਿਆਓ। ਬੈਠ ਬਾਬਾ ਬੈਠ, ਤੂੰ ਬਾਹਰ, ਤੇਰਾ ਵੀ ਹਿਸਾਬ ਲਗਾਉਂਦੇ ਹਾਂ। ਮੈਂ ਮੇਰੇ ਦੋਸਤ ਥਾਣੇਦਾਰ ਦੀ ਮੇਜ਼ ਤੇ ਭਿੰਦੀ ਦੀ ਪਈਆਂ ਕੁਝ ਤਸਵੀਰਾਂ ਚੁੱਕ ਕੇ ਦੇਖ ਰਿਹਾ ਸੀ ਅਤੇ ਮਨ ਹੀ ਮਨ ਸੋਚ ਰਿਹਾ ਸੀ, ਇਹ ਧੀਆਂ ਰੱਬ ਕਿਹੜੀ ਮਿੱਟੀ ਦੀਆਂ ਬਣਾਈਆਂ ਹੁੰਦੀਆਂ ਨੇ। ਮੈਨੂੰ ਯਾਦ ਹੈ ਜੇ ਮੈਨੂੰ ਪੱਗ ਬੰਨ੍ਹਦੇ ਨੂੰ ਮੇਰੀ ਮਾਂ ਨੇ ਬੁਲਾ ਵੀ ਲੈਣਾ ਤਾਂ ਮੇਰੀ ਲੜਾਈ ਹੋ ਜਾਣੀ। ਅਖੇ ਮਾਂ ਤੁਸੀਂ ਮੈਨੂੰ ਪੱਗ ਬੰਨ੍ਹਦੇ ਨੂੰ ਬੁਲਾਇਆ ਸੀ ਤਾਂ ਹੀ ਮੇਰੀ ਪੱਗ ਲੋਟ ਨਹੀਂ ਆਈ। ਇੱਥੇ ਤਾਂ ਜ਼ਿੰਦਗੀ ਦਾ ਸਵਾਲ ਸੀ, ਪਰ ਭਿੰਦੀ ਹੰਝੂ ਵੀ ਕੇਰਦੀ ਸੀ ਤਾਂ ਮਾਂ ਤੋਂ ਚੋਰੀ ਚੋਰੀ, ਕਿਤੇ ਮਾਂ ਨੂੰ ਹੋਰ ਦੁੱਖ ਨਾ ਲੱਗੇ। ਕਿੰਨਾ ਸਬਰ ਸੰਤੋਖ ਭਰਿਆ ਰੱਬ ਨੇ ਧੀਆਂ ਦੇ ਕਿਰਦਾਰ ਵਿੱਚ। ਵਾਹ ਰੱਬਾ, ਕਿਰਦਾਰ ਲਿਖਣ ਲੱਗਿਆ ਤਾਂ ਕਮਾਲ ਕਰ ਦਿੱਤੀ, ਫਿਰ ਕਿਸਮਤ ਲਿਖਣ ਲੱਗਿਆ ਕਿਉਂ ਕੰਜੂਸੀ ਕਰ ਗਿਆ। ਦੇਖ ਕਦੇ ਆ ਕੇ ਇੱਥੇ ਬਹੁਤੀਆਂ ਧੀਆਂ ਕਿਸੇ ਨਾ ਕਿਸੇ ਦਰੈਤ ਦੀਆਂ ਸ਼ਿਕਾਰ ਨੇ। ਕੀ ਜ਼ੁਲਮ ਹੁੰਦੇ ਨੇ ਧੀਆਂ ਉੱਤੇ। ਮੈਂ ਸੋਚ ਹੀ ਰਿਹਾ ਸੀ ਕਿ ਸਿਪਾਹੀ ਨੇ ਆ ਕੇ ਕਿਹਾ, ਜਨਾਬ ਲੈ ਆਏ ਹਾਂ ਮੱਗਰ ਨੂੰ। ਕੋਈ ਗੱਲ ਨਹੀਂ, ਖੜਾ ਰਹਿਣ ਦੋ, ਬਾਹਰ ਕਰਦੇ ਹਾਂ ਗੱਲ, ਚਾਹ ਪੀ ਲਈਏ ਪਹਿਲਾਂ, ਥਾਣੇਦਾਰ ਬੋਲਿਆ। ਜਦੋਂ ਮੱਗਰ ਨੇ ਸੱਜਣ ਬੈਠਾ ਦੇਖਿਆ ਤਾਂ ਉਹ ਹੈਰਾਨ ਹੋ ਕੇ ਉਸ ਕੋਲ ਚਲਾ ਗਿਆ। ਕੀ ਹੋ ਗਿਆ ਤੈਨੂੰ ਵੀ? ਥਾਣੇਦਾਰ ਨੇ ਸੱਦਿਆ ਹੋਇਆ। ਹਾਂ ਬਾਈ ਤੇਰੀ ਕਰਤੂਤਾਂ ਦਾ ਪਤਾ ਲੱਗ ਗਿਆ ਇਹਨਾਂ ਨੂੰ, ਸੱਜਣ ਬੋਲਿਆ। ਕਰਤੂਤਾਂ ਨੂੰ ਮੈਂ ਕਿਹੜਾ ਲਾਚੀਆਂ ਦਾ ਬਾਗ ਉਜਾੜ ਦਿੱਤਾ, ਮੱਗਰ ਹੰਕਾਰੀ ਹੋਈ ਆਵਾਜ਼ ਵਿੱਚ ਬੋਲਿਆ। ਬਾਈ ਜਿਹੜਾ ਤੇ ਜੀਤੀ ਦੀ ਕੁੜੀ ਵਾਲਾ ਕਾਰਾ ਕਰਿਆ ਉਸ ਦੀ ਖਬਰ ਲੱਗ ਗਈ ਇਹਨਾਂ ਨੂੰ, ਸੱਜਣ ਨੇ ਹੌਲੀ ਦੇਣੀ ਜਵਾਬ ਦਿੱਤਾ। ਕੋਈ ਕਤਲ ਥੋੜੀ ਕੀਤਾ, ਇਹ ਥਾਣੇਦਾਰ ਕੀ ਫਾਹੇ ਲਾ ਦੂ। ਹੰਡ ਗਿਆ ਸੀ ਮੱਗਰ ਉਮਰ ਭਰ ਬਦਮਾਸ਼ੀਆਂ ਕਰਦਾ। ਮੈਂ ਕਿਹੜਾ ਪਹਿਲੀ ਵਾਰ ਥਾਣੇ ਆਇਆ, 4 ਛਿੱਲੜਾਂ ਦੀ ਮਾਰ ਹੁੰਦਾ ਥਾਣੇਦਾਰ। ਪਰ ਇਹਨਾਂ ਨੂੰ ਕਿਵੇਂ ਪਤਾ ਲੱਗਿਆ? ਮੈਂ ਤਾਂ ਬਹੁਤ ਚੋਰੀ ਚੋਰੀ ਸਭ ਕੁਝ ਕੀਤਾ ਸੀ।
ਇਹਨਾਂ ਮਾਂ ਧੀ ਦਾ ਇੰਨਾ ਦਿਮਾਗ ਇਹ ਕਿਵੇਂ ਪਹੁੰਚ ਗਈਆਂ ਮੇਰੇ ਤੱਕ। ਨਹੀਂ ਬਾਈ, ਆਪਣੇ ਪਿੰਡ ਵਾਲਾ ਮਾਸਟਰ ਲੱਗਿਆ ਹੋਇਆ ਇਹਨਾਂ ਦੀ ਮਦਦ ਕਰਨ। ਸੱਜਣ ਨਾਰਾਜ਼ਗੀ ਜ਼ਾਹਰ ਕਰਦਾ ਬੋਲਿਆ, ਲੈ ਇਹ ਨਵਾਂ ਸ਼ਰੀਕ ਜੰਮ ਪਿਆ। ਪਤਾ ਨਹੀਂ ਉਸ ਨੂੰ ਸ਼ਾਇਦ ਮੇਰਾ ਨਾਂ ਵੀ ਮੱਗਰ ਆ ਮੱਗਰ। ਮੇਰੀ ਪਾਈ ਲੀ ਨੂੰ ਤਾਂ ਸੱਪ ਵੀ ਕੱਟਣੋਂ ਡਰਦਾ। ਐਸੀ ਥਾਂ ਫਸਾਉਂ ਮਾਸਟਰ ਨੂੰ ਨਾਨਕੇ ਦਾਦਕੇ ਵੀ ਭੁੱਲ ਜਾਣਗੇ। ਮੱਗਰ ਬਹੁਤ ਬੇਫਿਕਰੀ ਵਿੱਚ ਬੋਲ ਰਿਹਾ ਸੀ। ਚੱਲ ਓਏ ਮੱਗਰ ਸਾਹਿਬ ਨੇ ਅੰਦਰ ਬੁਲਾਇਆ ਤੈਨੂੰ। ਸਿਪਾਹੀ ਨੇ ਆਵਾਜ਼ ਮਾਰੀ। ਮੱਗਰ ਅੰਦਰ ਵੜਦੇ ਸਾਰ ਬੋਲਿਆ, ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ। ਯਾਦ ਕਰਿਆ ਮੈਨੂੰ? ਥਾਣੇਦਾਰ ਯਾਦ ਕਰਨ ਨੂੰ ਤੂੰ ਸਾਲਿਆ ਮਸ਼ੂਕ ਹੈ। ਮੱਗਰ ਆ ਕੀ ਤੀਵੀਆਂ ਵਾਲੇ ਖੇਖਣ ਕਰਦਾ ਫਿਰਦਾ? ਪਿੰਡ ਵਿੱਚ ਤੀਵੀਆਂ ਨਾਲ ਵੈਰ ਪਾਈ ਫਿਰਦਾ ਏ? ਅਣਖ ਜਿਉਂਦੀ ਹੈ ਤਾਂ ਲੈ ਕਿਸੇ ਬਰਾਬਰ ਵਾਲੇ ਨਾਲ ਟੱਕਰ। ਮਰਦ ਹੋ ਕੇ ਤੀਵੀ, ਉਹ ਵੀ ਵਿਧਵਾ ਨਾਲ। ਮੱਗਰ ਉਹ ਤੀਵੀ ਕੋਈ ਆਮ ਤੀਵੀ ਨਹੀਂ ਜਨਾਬ, ਉਹ ਵੀ ਮਰਦਾਂ ਨਾਲ ਉਲਝਣ ਦਾ ਸ਼ੌਕ ਰੱਖਦੀ ਹੈ। ਪੂਰੇ ਪਿੰਡ ਨੂੰ ਪਤਾ ਮਜਾਜਣ ਦੇ ਲੱਛਣਾਂ ਦਾ। ਥਾਣੇਦਾਰ ਜ਼ਬਾਨ ਸੰਭਾਲ ਕੇ ਬੋਲ। ਮੱਗਰ ਇਹ ਤੇਰੀ ਬੈਠਕ ਨਹੀਂ, ਥਾਣਾ ਵਾ ਥਾਣਾ। ਸਾਲੇ ਦੀ ਹਲਕ ਵਿੱਚੋਂ ਜ਼ੁਬਾਨ ਬਾਹਰ ਖਿੱਚ ਦਿਉ। ਮੱਗਰ ਮਾਫ ਕਰਨਾ ਜਨਾਬ, ਨਾ ਮੈਨੂੰ ਉਰੇ ਕਿਹੜੇ ਜੁਰਮ ਵਿੱਚ ਬੁਲਾਇਆ। ਥਾਣੇਦਾਰ ਜੁਰਮ ਦੱਸਦੇ ਆ ਤੈਨੂੰ, ਕਾਹਲੀ ਕਾਦੀ ਹੈ? ਥਾਣੇਦਾਰ ਭਾਫ ਗਿਆ ਸੀ। ਮੱਗਰ ਕੋਈ ਆਮ ਬੰਦਾ ਨਹੀਂ। ਦੇਖ ਮੱਗਰ, ਤੈਨੂੰ ਚੰਗੀ ਤਰ੍ਹਾਂ ਪਤਾ ਤੈਂ ਕੀ ਕੀਤਾ ਇਹ ਤੇ ਤਾਂ ਉਹ ਕੀਤਾ ਜੋ ਸੱਤ ਬਗਾਨਾ ਨਹੀਂ ਕਰਦਾ। ਡੈਣ ਵੀ ਨਾਲ ਦੇ 4 ਘਰ ਛੱਡ ਦਿੰਦੀ ਹੈ। ਉਹ ਤੈਂ ਤਾਂ ਪਿੰਡ ਦੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਹੈ। ਮੱਗਰ ਜਨਾਬ, ਮੈਂ ਕੁਝ ਨਹੀਂ ਕੀਤਾ। ਕਿਸੇ ਦੀ ਅੱਡ, ਕਿਸੇ ਦੀ ਪੰਡ ਮੇਰੇ ਸਿਰ ਭੰਨੀ ਜਾਂਦੇ ਹੋ। ਥਾਣੇਦਾਰ ਸਭ ਪਤਾ ਮੈਨੂੰ, ਤੂੰ ਜਵਾਨੀ ਵਿੱਚ ਕੀ ਕੁਝ ਕਰਦਾ ਰਿਹਾ। ਤੇਰੇ ਰਿਕਾਰਡ ਬੋਲਦੇ ਨੇ ਥਾਣੇ ਵਿੱਚ। ਖੜ ਥੋੜੀ ਦੇਰ, ਸਭ ਸਾਫ਼ ਹੋ ਜਾਊ। ਅੰਦਰ ਆ ਕੇ ਸਿਪਾਹੀ ਕੁਝ ਕਾਗਜ਼ ਫੜਾ ਕੇ ਗਿਆ। ਥਾਣੇਦਾਰ ਧਿਆਨ ਨਾਲ ਦੇਖਦਾ ਹੋਇਆ ਇਹ ਮੱਗਰ ਦੇ ਮੋਬਾਈਲ ਫੋਨ ਦੀ ਕਾਲ ਰਿਕਾਰਡ ਸੀ। ਥਾਣੇਦਾਰ ਬੜੇ ਫੋਨ ਕਰੇ ਨੇ ਵਲੈਤ ਪਿਛਲੇ ਮਹੀਨਿਆਂ ਵਿੱਚ। ਆ ਲੋ ਮਾਸਟਰ ਜੀ, ਆ ਨੰਬਰ ਆ ਮੁੰਡੇ ਵਾਲਿਆਂ ਦਾ। ਮੱਗਰ ਤੇਰੇ ਤੇ ਆਤਮ ਹੱਤਿਆ ਕਰਨ ਲਈ ਉਸ ਕੌਣ ਦੀ ਸ਼ਿਕਾਇਤ ਦਰਜ ਹੈ। ਜ਼ਮਾਨਤ ਵੀ ਨਹੀਂ ਮਿਲਣੀ। ਓਏ ਬੰਦ ਕਰੋ ਇਸ ਨੂੰ ਤੇ ਸੱਜਣ ਨੂੰ ਹਵਾਲਾਤ ਵਿੱਚ। ਮੱਗਰ ਜਨਾਬ, ਲੈ ਦੇ ਕੇ ਦਫਾ ਕਰ ਦੋ ਮਸਲਾ। ਤੁਹਾਡੇ ਲਈ ਕੀ ਮੁਸ਼ਕਲ ਹੈ? 4 ਲੀਕਾਂ ਹੀ ਮਾਰਨੀਆਂ ਨੇ। ਥਾਣੇਦਾਰ ਮੱਗਰ, ਕੋਈ ਹੋਰ ਜੁਰਮ ਹੁੰਦਾ ਤਾਂ ਜ਼ਰੂਰ ਮਦਦ ਕਰਦੇ ਤੇਰੀ, ਪਰ ਆ ਤਾਂ ਧੀ ਦੀ ਜ਼ਿੰਦਗੀ ਦੀ ਗੱਲ ਹੈ। ਜੇ ਬਚਣਾ ਤੂੰ ਮਦਦ ਕਰ ਸਾਡੀ। ਲਾ ਓਏ ਮੱਗਰ ਤੇ ਸੱਜਣ ਨੂੰ ਹੱਥ ਕੜੀ ਤੇ ਪਿੰਡ ਗੁਰਦੁਆਰੇ ਲੈ ਚੱਲੋ। ਸਰਪੰਚ ਪੰਚਾਇਤ ਨੂੰ ਵੀ ਸੁਨੇਹਾ ਲਗਾ ਕੇ ਸਾਹਿਬ ਨੇ ਸੱਦਿਆ ਹੈ। ਕੁਝ ਦੇਰ ਬਾਅਦ ਸਭ ਗੁਰਦੁਆਰੇ ਦੇ ਬਾਹਰ ਧਰਮਸ਼ਾਲਾ ਵਿੱਚ ਇਕੱਠੇ ਹੋ ਗਏ। ਥਾਣੇਦਾਰ, ਸਰਪੰਚ ਸਾਹਿਬ, ਆ ਮੱਗਰ ਤੇ ਸੱਜਣ ਨੇ ਮਿਲ ਕੇ ਕੀ ਚੰਨ ਚਾੜਿਆ। ਹੁਣ ਤੁਸੀਂ ਹੀ ਦੱਸੋ ਕੀ ਕਰੀਏ। ਸਰਪੰਚ, ਸਾਰਾ ਪਿੰਡ ਦੁਖੀ ਹੈ ਜੀ ਇਸ ਤੋਂ। ਕਰੋ ਜੀ ਮੁੰਡੇ ਵਾਲਿਆਂ ਨੂੰ ਫੋਨ ਤੇ ਮੈਂ ਗੱਲ ਕਰਦਾ। ਸਰਪੰਚ ਫੋਨ ਤੇ, ਸਤਿ ਸ਼੍ਰੀ ਅਕਾਲ ਸਰਦਾਰ ਜੀ, ਮੈਂ ਅੰਡਾਲੂ ਪਿੰਡ ਦਾ ਸਰਪੰਚ ਬੋਲਦਾ। ਸਰਦਾਰ ਸਾਹਿਬ ਤੋਂ ਤੁਸੀਂ ਜੀਤੀ ਦੀ ਧੀ ਵਿਆਹੀ, ਬਹੁਤ ਪੁੰਨ ਦਾ ਕੰਮ ਕੀਤਾ। ਜੀਤੀ ਬਹੁਤ ਸੁਚੱਜੀ ਤੇ ਸਾਫ਼ ਸੁਥਰੇ ਕਿਰਦਾਰ ਵਾਲੀ ਔਰਤ ਹੈ। ਸਾਡੇ ਪਿੰਡ ਦੀ ਆਣ ਹੈ। ਆ ਮੱਗਰ ਦੀਆਂ ਗੱਲਾਂ ਵਿੱਚ ਆ ਕੇ ਪਾਪ ਨਾ ਕਮਾਓ। ਅਸੀਂ ਸਾਰੇ ਇਸ ਗੱਲ ਦੀ ਗਵਾਹੀ ਭਰਦੇ ਹਾਂ ਕਿ ਉਸ ਦੀ ਬੱਚੀ ਵੀ ਮਾਂ ਵਰਗੀ ਬਹੁਤ ਸਮਝਦਾਰ ਹੈ। ਜਦੋਂ ਦਾ ਤੁਸੀਂ ਮੂੰਹ ਮੋੜਿਆ ਹੈ, ਜੀਤੀ ਤਾਂ ਪਾਗਲ ਜਿਹੀ ਹੋ ਗਈ ਹੈ। ਰੱਬ ਦਾ ਵਾਸਤਾ ਇਹ ਜ਼ੁਲਮ ਨਾ ਕਰੋ। ਉਸ ਵਿਚਾਰੀ ਨੇ ਤਾਂ ਸਾਰੀ ਉਮਰ ਦੁੱਖ ਹੀ ਹੰਢਾਇਆ, ਕਦੇ ਹਿੰਮਤ ਨਹੀਂ ਹਾਰੀ। ਪਰ ਤੁਹਾਡੀ ਇਸ ਹਰਕਤ ਨਾਲ ਬਹੁਤ ਸਦਮਾ ਲੱਗਿਆ, ਉਸ ਨੂੰ ਟੁੱਟ ਗਈ ਹੈ ਵਿਚਾਰੀ। ਥਾਣੇਦਾਰ, ਸਰਪੰਚ ਸਾਹਿਬ, ਮੱਗਰ ਦੀ ਗੱਲ ਕਰਵਾਓ। ਬੋਲ ਓਏ, ਸੱਚ ਬੋਲ, ਨਹੀਂ ਤਾਂ ਬਹੁਤ ਬੁਰੀ ਕਰੂੰ। ਮੱਗਰ, ਸਤਿ ਸ਼੍ਰੀ ਅਕਾਲ ਬਾਈ ਜੀ, ਇਹ ਸੱਚ ਬੋਲਦੇ ਨੇ। ਮੈਂ ਆਪਣੀ ਪੁਰਾਣੀ ਰੰਜਿਸ਼ ਕੱਢਣ ਲਈ ਝੂਠ ਬੋਲਿਆ ਸੀ, ਮਾਫ ਕਰ ਦਿਓ। ਥਾਣੇਦਾਰ, ਸਰਦਾਰ ਸਾਹਿਬ, ਮੈਂ ਥਾਣੇਦਾਰ ਚੌਂਕੀ ਰਾਏਕੋਟ ਬੋਲਦਾ। ਬਾਈ ਜੀ, ਕਦੋਂ ਆ ਰਹੇ ਹੋ ਇੰਡੀਆ? ਜੇ ਜੀਤੀ ਤੇ ਭਿੰਦੀ ਨੇ ਕੁਝ ਕਰ ਲਿਆ, ਸਾਰੇ ਬੰਨੇ ਜਾਓਗੇ। ਭਿੰਦੀ ਦਾ ਸਹੁਰਾ ਆਫੀਸਰ, ਮੈਨੂੰ ਤਾਂ ਪਹਿਲਾਂ ਹੀ ਮੱਗਰ ਦੀਆਂ ਹਰਕਤਾਂ ਠੀਕ ਨਹੀਂ ਸੀ ਲੱਗਦੀਆਂ। ਵੀ ਆਰ ਰੀਅਲੀ ਸੌਰੀ। ਅਸੀਂ ਉਸ ਦੀਆਂ ਗੱਲਾਂ ਵਿੱਚ ਆ ਗਏ ਸੀ, ਪਰ ਇਨ ਰਿਐਲਿਟੀ ਵੀ ਆਰ ਨੋਟ ਰੋਂਗ ਪੀਪਲ। ਜਦੋਂ ਦੇ ਅਸੀਂ ਇੰਗਲੈਂਡ ਆਏ ਹਾਂ, ਵੀ ਆਲ ਆਰ ਡਿਸਟਰਬ। ਪਲੀਜ਼ ਟੈਲ ਭੈਣ ਜੀ, ਅਸੀਂ ਬਹੁਤ ਜਲਦੀ ਇੰਡੀਆ ਆ ਰਹੇ ਹਾਂ ਆਪਣੀ ਬੇਟੀ ਨੂੰ ਲੈਣ। ਥਾਣੇਦਾਰ, ਸਰਪੰਚ ਸਾਹਿਬ, ਬਹੁਤ ਧੰਨਵਾਦ ਜੀ। ਚਲੋ
ਓਏ ਲੈ ਚੱਲੋ ਇਹਨਾਂ ਨੂੰ ਥਾਣੇ, ਜਿੰਨੀ ਦੇਰ ਉਹ ਆ ਨਹੀਂ ਜਾਂਦੇ ਇਹਨਾਂ ਨੂੰ ਹਵਾਲਾਤ ਵਿੱਚ ਬੰਦ ਰੱਖੋ। ਮੈਂ ਜਲਦੀ ਜਲਦੀ ਜੀਤੀ ਦੇ ਘਰ ਜਾ ਕੇ ਉਸ ਨੂੰ ਖੁਸ਼ਖਬਰੀ ਸੁਣਾਈ। ਉਸ ਦਾ ਰੋਣਾ ਨਹੀਂ ਸੀ ਬੰਦ ਹੋ ਰਿਹਾ। ਉਸਨੇ ਆਸ਼ੀਰਵਾਦ ਦਿੰਦੀ ਨੇ ਕਈ ਵਾਰ ਮੇਰਾ ਮੱਥਾ ਚੁੰਮਿਆ। ਮੈਂ ਭਿੰਦੀ ਨੂੰ ਜਾ ਕੇ ਕਿਹਾ, ਖੁਸ਼ ਹੈ ਭੈਣੇ, ਤਿਆਰੀ ਕਰ ਲੈ ਜਾਣ ਦੀ, ਬਹੁਤ ਜਲਦੀ ਆ ਰਹੇ ਨੇ ਵਲੈਤੀਏ ਤੈਨੂੰ ਲੈਣ ਲਈ। ਭਿੰਦੀ ਬਹੁਤ ਖੁਸ਼ ਸੀ, ਇੰਨੀ ਖੁਸ਼ ਨਾ ਰੋ ਹੋਵੇ ਨਾ ਹੱਸ ਹੀ ਹੋਵੇ। ਜੱਫੀ ਪਾ ਲਈ ਉਸਨੇ ਮੈਨੂੰ ਤੇ ਬੋਲੀ, ਮੇਰਾ ਵੀਰਾ। ਫਿਰ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਮਨਾਇਆ। ਜਿੰਨੇ ਗਲਤ ਸਮਝਿਆ ਸੀ ਵਲੈਤੀਆਂ ਨੂੰ, ਦਰਅਸਲ ਉਹ ਉਸ ਤੋਂ ਕਿਤੇ ਚੰਗੇ ਨਿਕਲੇ। ਉਹ ਕੁਝ ਦਿਨਾਂ ਵਿੱਚ ਹੀ ਆ ਬੋੜੇ। ਉਹ ਰਾਹਦਾਰੀ ਨਾਲ ਹੀ ਲਿਆਏ ਸੀ। ਭਿੰਦੀ ਨੂੰ ਉਹ ਕੁਝ ਦਿਨਾਂ ਵਿੱਚ ਹੀ ਨਾਲ ਲੈ ਗਏ। ਸਾਲ ਕੋ ਬਾਅਦ ਆ ਕੇ ਉਹ ਜੀਤੀ ਨੂੰ ਵੀ ਲੈ ਗਏ। ਤਾਲਾ ਲੱਗ ਗਿਆ ਸੀ ਜੀਤੀ ਦੇ ਦਰ ਤੇ। ਬੰਦਿਆਂ ਨਾਲ ਹੀ ਘਰ ਹੁੰਦਾ। ਕਿੰਨੀ ਜਲਦੀ ਉਹ ਮਕਾਨ ਖੰਡਰ ਵਰਗਾ ਹੋ ਗਿਆ ਸੀ। ਮੇਰਾ ਵਿਆਹ ਹੋ ਗਿਆ ਸੀ। ਮੈਂ ਬੁਲਾਇਆ ਸੀ ਜੀਤੀ ਨੂੰ ਆਪਣੇ ਵਿਆਹ ਤੇ, ਪਰ ਉਹ ਨਾ ਆਈ। ਹਾਂ, ਉਸ ਦਾ ਖੱਤ ਜ਼ਰੂਰ ਆਇਆ ਸੀ, ਬਹੁਤ ਪਿਆਰ ਸਤਿਕਾਰ ਤੇ ਸੀਸਾ ਭਰਿਆ ਖੱਤ। ਉਸ ਖੱਤ ਦਾ ਮੈਂ ਤੇ ਮੇਰੀ ਘਰਵਾਲੀ ਹਰਪ੍ਰੀਤ ਕੌਰ ਨੇ ਮਿਲ ਕੇ ਜਵਾਬ ਲਿਖਿਆ ਸੀ। ਉਸ ਤੋਂ ਬਾਅਦ ਤਾਂ ਸਾਡਾ ਖਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿਸ ਮਹੀਨੇ ਜੀਤੀ ਦਾ ਖਤ ਨਾ ਆਉਣਾ, ਇਸ ਤਰ੍ਹਾਂ ਮਹਿਸੂਸ ਹੋਣਾ ਜਿਵੇਂ ਜਿਸਮ ਵਿੱਚੋਂ ਕੁਝ ਘਟ ਗਿਆ ਹੋਵੇ। ਫਿਰ ਸਾਡੇ ਘਰੇ ਬੇਟੀ ਖੁਸ਼ਨੂਰ ਦਾ ਜਨਮ ਹੋਇਆ। ਬਹੁਤ ਕੁਝ ਭੇਜਿਆ ਜੀਤੀ ਨੇ ਉਸ ਲਈ। ਜਦੋਂ ਬਹੁਤ ਸਾਲ ਸਾਡੇ ਹੋਰ ਜਵਾਕ ਨਾ ਹੋਇਆ ਤਾਂ ਜੀਤੀ ਨੇ ਖਤ ਵਿੱਚ ਪੁੱਛਿਆ ਕਿ ਖੁਸ਼ਨੂਰ ਦਾ ਹੋਰ ਭੈਣ ਭਰਾ ਕਦੋਂ ਆਉਣਾ। ਤਾਂ ਮੈਂ ਲਿਖ ਕੇ ਜਵਾਬ ਦਿੱਤਾ, ਭੂਆ ਜੀ, ਮਹਿੰਗਾਈ ਦੇ ਸਮੇਂ ਵਿੱਚ ਬਹੁਤ ਮੁਸ਼ਕਲ ਹੈ 2 ਬੱਚਿਆਂ ਨੂੰ ਪਾਲਣਾ। ਉਸ ਦੇ ਜਵਾਬ ਵਿੱਚ ਜੋ ਖਤ ਆਇਆ, ਮੈਂ ਉਸ ਵਿੱਚੋਂ ਕੁਝ ਗੱਲਾਂ ਆਪ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਉਸ ਨੇ ਲਿਖਿਆ, ਰਗਵੀਰ, ਇਹ ਤੇਰੀ ਗਲਤ ਸੋਚ ਹੈ ਕਿ ਬੰਦਾ ਬੱਚਿਆਂ ਨੂੰ ਪਾਲਦਾ। ਮੇਰੇ ਵਰਗੀ ਜਿਸ ਦੇ ਮਾਂ-ਬਾਪ ਬਚਪਨ ਵਿੱਚ ਹੀ ਵਿਛੜ ਗਏ ਸਨ, ਦੇਖ ਲੈ ਅੱਜ ਵੀ ਜਿੰਦਾ ਹਾਂ। ਜਿਸ ਨੇ ਜਨਮ ਦਿੱਤਾ ਸੀ ਉਸ ਨੇ ਚੋਗ ਵੀ ਨਾਲ ਹੀ ਲਿਖ ਕੇ ਭੇਜਿਆ ਸੀ। ਜੇ ਉਮਰ ਲਿਖੀ ਸੀ ਤਾਂ ਵਸੀਲੇ ਵੀ ਨਾਲ ਹੀ ਲਿਖੇ ਸਨ। ਅੱਜ ਕੱਲ ਬਹੁਤੇ ਮਾਂ-ਬਾਪ ਇੱਕ ਬੱਚੇ ਤੋਂ ਬਾਅਦ ਦੂਸਰੇ ਵੇਲੇ ਸੰਕੋਚ ਕਰਨ ਲੱਗ ਪੈਂਦੇ ਨੇ। ਇਸ ਤਰ੍ਹਾਂ ਤਾਂ ਸਾਰੇ ਰਿਸ਼ਤੇ ਖਤਮ ਹੋ ਜਾਣਗੇ। ਪੁੱਤ, ਇਕੱਲੇਪਨ ਦਾ ਸਫ਼ਰ ਕੱਟਣਾ ਕਿੰਨਾ ਔਖਾ ਮੇਰੇ ਤੋਂ ਪੁੱਛੇ ਕੋਈ। ਖੁਸ਼ਨੂਰ ਦੀਆਂ ਖੁਸ਼ੀਆਂ ਖਤਮ ਨਾ ਕਰੋ। ਇੱਕ ਭੈਣ ਭਰਾ ਹੋਣਾ ਬਹੁਤ ਜ਼ਰੂਰੀ ਹੈ। ਘਰ ਦੀਆਂ ਰੌਣਕਾਂ ਬੱਚਿਆਂ ਨਾਲ ਹੁੰਦੀਆਂ ਨੇ। ਇਹ ਕੈਸਾ ਬੇਭਾਗਾ ਦੌਰ ਆ ਗਿਆ, ਲੋਕ ਰੌਣਕਾਂ ਤੋਂ ਮੂੰਹ ਮੋੜਨ ਲੱਗ ਪਏ ਨੇ। ਸ਼ਾਇਦ ਇਹ ਵੀ ਉਸ ਦੇ ਖੱਤ ਦਾ ਅਸਰ ਸੀ ਕਿ ਸਾਡੇ ਘਰ ਸਾਹਿਬ ਨੂਰ ਬੇਟਾ ਹੋਇਆ। ਕਿਹੋ ਜਿਹਾ ਆਸ਼ੀਰਵਾਦ ਬਣ ਕੇ ਆਇਆ ਸੀ ਉਹ ਖੱਤ। ਵਾਕਿਆ ਹੀ ਬਹੁਤ ਭਾਰੀ ਗਲਤੀ ਕਰ ਰਹੇ ਸੀ ਅਸੀਂ। ਹੁਣ ਜਦੋਂ ਖੁਸ਼ਨੂਰ ਨੂੰ ਆਪਣੇ ਭਰਾ ਨਾਲ ਖੇਡਦੇ ਦੇਖਦਾ ਹਾਂ ਤਾਂ ਮਨ ਹੀ ਮਨ ਜੀਤੀ ਦਾ ਸ਼ੁਕਰੀਆ ਅਦਾ ਕਰਦਾ ਹਾਂ। ਅੱਜ ਮਨ ਸਵੇਰ ਦਾ ਹੀ ਕੁਝ ਉਦਾਸ ਸੀ। ਪਤਾ ਨਹੀਂ ਕਿਉਂ ਲੱਗਦਾ ਸੀ ਕੁਝ ਅਣਸੁਖਾਵਾਂ ਹੋਣ ਵਾਲਾ ਸੀ। ਡਰਿਆ ਸੀ ਦਿਲ ਅੰਦਰੋਂ। ਡਾਕੀਆ ਆਇਆ ਤੇ ਖੱਤ ਸੁੱਟ ਗਿਆ। ਮੈਨੂੰ ਪੱਕਾ ਪਤਾ ਸੀ ਕਿ ਉਹ ਜੀਤੀ ਦਾ ਖੱਤ ਹੈ। ਮੈਂ ਖੋਲ ਕੇ ਪੜ੍ਹਨਾ ਸ਼ੁਰੂ ਕੀਤਾ। ਲਿਖਿਆ ਸੀ, ਪੁੱਤ ਰਗਵੀਰ, ਬਹੁਤ ਬਹੁਤ ਪਿਆਰ। ਲੱਗਦਾ ਇਹ ਮੇਰਾ ਆਖਰੀ ਖੱਤ ਹੈ। ਅੱਜ ਕੱਲ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ। ਪਤਾ ਲੱਗਣ ਲੱਗ ਪਿਆ ਇਹ ਤੁਹਾਡੇ ਸਾਰਿਆਂ ਤੋਂ ਅਲਵਿਦਾ ਲੈਣ ਦਾ ਵਕਤ ਨੇੜੇ ਆ ਗਿਆ ਹੈ। ਪੁੱਤ, ਮੈਂ ਭਿੰਦੀ ਨੂੰ ਕਿਹਾ ਹੈ ਕਿ ਜੇ ਮੈਂ ਮਰ ਗਈ ਤਾਂ ਮੇਰੇ ਫੁੱਲ ਕੀਰਤਪੁਰ ਸਾਹਿਬ ਪਾ ਕੇ ਆਇਓ। ਬਾਪੂ ਜੀ, ਚਾਚਾ ਜੀ, ਮਾਸਟਰ ਜੀ ਸਭ ਉੱਥੇ ਹੀ ਮਿਲਣਗੇ। ਉਹ ਮੇਰਾ ਇੰਤਜ਼ਾਰ ਕਰਦੇ ਹੋਣਗੇ। ਪੁੱਤ, ਮੈਂ ਭਿੰਦੀ ਨੂੰ ਕਿਹਾ ਕਿ ਇਹ ਮੇਰੀ ਆਖਰੀ ਰਸਮ ਮੇਰੇ ਪੁੱਤ ਰਗਵੀਰ ਹੱਥੋਂ ਕਰਵਾਇਓ। ਮੈਂ ਇਹ ਤਾਂ ਨਹੀਂ ਕਹਾਂਗੀ ਕਿ ਤੇਰੇ ਮੇਰੇ ਤੇ ਬਹੁਤ ਅਹਿਸਾਨ ਨੇ। ਉਹ ਤਾਂ ਤੇਰੇ ਫਰਜ਼ ਸੀ ਜੋ ਤੂੰ ਪੂਰੇ ਕਰਦਾ ਰਿਹਾ। ਮੈਨੂੰ ਉਮੀਦ ਹੈ ਤੂੰ ਇਹ ਵੀ ਫਰਜ਼ ਜ਼ਰੂਰ ਪੂਰਾ ਕਰੇਗਾ। ਮੈਨੂੰ ਅਫਸੋਸ ਹੈ ਮੈਂ ਇੱਕ ਵਾਰ ਬੱਚਿਆਂ ਨੂੰ ਨਹੀਂ ਮਿਲ ਸਕੀ। ਪੁੱਤ, ਜਵਾਈ ਘਰ ਰਹਿਣਾ ਬਹੁਤ ਮੁਸ਼ਕਲ ਹੈ। ਇਹ ਦਿਲ ਨਹੀਂ ਕੀਤਾ ਉਹਨਾਂ ਦਾ ਟਿਕਟ ਤੇ ਖਰਚਾ ਕਰਾਉਣ ਨੂੰ। ਬੱਚਿਆਂ ਨੂੰ, ਹਰਪ੍ਰੀਤ ਨੂੰ ਮੇਰਾ ਪਿਆਰ ਦੇਵੀਂ। ਜੁਗ ਜੁਗ ਜੀਵੇ ਮੇਰਾ ਪੁੱਤ, ਤੇਰੀ ਭੂਆ ਜੀਤੀ। ਮੈਂ ਹੈਰਾਨ ਹੋਇਆ ਸੋਚ ਰਿਹਾ ਸੀ ਜੀਤੀ ਦੀ ਜ਼ਿੰਦਗੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਵਲਾਇਤ ਵਿੱਚ ਜਾ ਕੇ ਖਤਮ ਹੋਇਆ। ਮੈਨੂੰ ਕਿਸੇ ਫਕੀਰ ਦੀ ਕਹੀ ਗੱਲ ਬਹੁਤ ਯਾਦ ਆ ਰਹੀ ਸੀ। ਮੌਤ ਉਦੋਂ ਹੁੰਦੀ ਹੈ ਜਦੋਂ ਉਸ ਦੇ ਤਿੰਨੇ ਪਹਿਲੂ ਪੂਰੇ ਹੋ ਜਾਣ, ਵਕਤ, ਜਗ੍ਹਾ ਤੇ ਕਾਰਨ।
ਜ਼ਮਾਨੇ ਨੇ ਬਹੁਤ ਕੋਸ਼ਿਸ਼ ਕੀਤੀ ਜੀਤੀ ਨੂੰ ਮਿਟਾਉਣ ਦੀ, ਪਰ ਰੱਬ ਤੋਂ ਵੱਡਾ ਕੌਣ। ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਜੇਕਰ ਇਹ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਆਉਣ ਵਾਲੀਆਂ ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।